ਅੱਜ ਅਕਾਲੀ ਦਲ ਨੇ ਵੀ ਇਹ ਜ਼ਰੂਰ ਕਿਹਾ ਕਿ ਅੱਜ ਦੀ ਮੀਟਿੰਗ 'ਚ ਕੋਈ ਗੱਲ ਨਹੀਂ ਹੋਈ, ਪਰ ਇਹ ਵੀ ਨਹੀਂ ਕਿਹਾ ਕਿ ਗੱਲ ਨਹੀਂ ਹੋਏਗੀ ਜਾਂ ਨਹੀਂ ਹੋ ਸਕਦੀ। ਕਿਤੇ ਲੱਗਦਾ ਹੈ ਕਿ ਜ਼ਰੂਰ ਬਰੀਕੀ ਨਾਲ ਤੰਦ ਜੁੜਦੀ ਨਜ਼ਰ ਆ ਰਹੀ ਹੈ। ਹਰਜੀਤ ਭੁੱਲਰ ਜੀ, ਕਿਵੇਂ ਦੇਖਦੇ ਹੋ ਇਸ ਅਹਿਮ ਤੇ ਵੱਡੇ ਮੁੱਦੇ ਤੇ ਪੰਜਾਬੀ ਜ਼ਰੂਰ ਜਾਣਨਾ ਚਾਹੁੰਦੇ ਆ ਕਿ ਅੱਜ ਦੀ ਮੀਟਿੰਗ ਦਾ ਉਹਨਾਂ ਗਤੀਵਿਧੀਆਂ ਦੇ ਨਾਲ ਕੋਈ ਵੀ ਸਰੋਕਾਰ ਨਹੀਂ ਸੀਗਾ ਜੀ। ਅੱਜ ਜਿਹੜੀ ਮੀਟਿੰਗ ਸੀ ਉਹ ਮਿਊਨਿਸਪਲ ਕਮੇਟੀਆਂ ਦੀ ਆਉਣ ਵਾਲੀਆਂ ਇਲੈਕਸ਼ਨਾਂ, ਪੰਚਾਇਤਾਂ ਦੀਆਂ ਇਲੈਕਸ਼ਨਾਂ ਜਾਂ 2024 ਦੀ ਜਿਹੜੀ ਇਲੈਕਸ਼ਨ ਆਉਣੀ ਹੈ ਉਹਦੇ ਵਾਸਤੇ ਕਿਸ ਤਰ੍ਹਾਂ ਹੀ ਜਨਤੰਬੰਦੀ ਕਰਨੀ ਹੈ, ਉਹਦੇ ਵਾਸਤੇ ਜ਼ਿਲ੍ਹਾ ਪ੍ਰਧਾਨਾਂ ਦੀ ਜਿਹੜੇ ਆਬਜ਼ਰਵਰ ਨੇ ਉਹਨਾਂ ਦੀ ਜਾਂ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਦੇ ਵਾਸਤੇ ਸਾਰਿਆਂ ਦੀ ਮੀਟਿੰਗ ਕੀਤੀ ਗਈ ਸੀਗੀ। ਕੋਈ ਲੱਗਦਾ ਹੈ ਕਿ ਜੇ ਸਹਿਯੋਗ ਹੁੰਦਾ ਤਾਂ ਦੋਨੇ ਤਰ੍ਹਾਂ ਦੇ ਲਈ ਕੋਈ ਹਾਂ ਪੱਖੀ ਸੰਭਾਵਨਾਵਾਂ ਬਣ ਸਕਦੀਆਂ ਪੰਜਾਬ ਦੇ ਅੰਦਰ, ਪਰ ਹਜੇ ਤੱਕ ਇੱਦਾਂ ਦੇ ਸੰਕੇਤ ਸਾਨੂੰ ਦਿੱਤੇ ਨਹੀਂ ਗਏ ਜਾਂ ਸਾਨੂੰ ਕੋਈ ਇੱਦਾਂ ਦਾ ਦਿਸ਼ਾ ਨਿਰਦੇਸ਼ ਨਹੀਂ ਹੈ। ਤੋ ਇਸ ਕਰਕੇ ਜੇ ਕੋਈ ਇਨ ਫਿਊਚਰ ਹੁੰਦਾ ਆ, ਮੈਨੂੰ ਅਜੇ ਤੱਕ ਨਹੀਂ ਪਤਾ ਜਾਂ ਕੋਈ ਜਾਣਕਾਰੀ ਨਹੀਂ। ਜੇ ਹੋਇਆ ਤਾਂ ਪੰਜਾਬ ਦੇ ਸੂਬੇ ਦੇ ਲੈਵਲ ਤੇ ਨਹੀਂ, ਇਹ ਨੈਸ਼ਨਲ ਪਾਰਲੀਮੈਂਟਰੀ ਬੋਰਡ ਜੀ ਬਿਲਕੁਲ ਜੋ ਉੱਥੋਂ ਡਿਸੀਜਨ ਹੋਏਗਾ ਉਹ ਹੋਵੇਗਾ। ਇਹ ਸਥਿਤੀ ਬਣਦੀ ਹੈ ਕੀ ਲੱਗਦਾ ਕਿ ਕਾਂਗਰਸ ਦੇ ਲਈ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ ਆਉਣ ਵਾਲੀਆਂ ਪਾਰਲੀਮੈਂਟ ਦੀ ਗੱਲ ਕਰ ਲਈਏ, ਜਾਂ ਜਿੱਦਾਂ ਪਹਿਲਾਂ ਆ ਰਿਹਾ ਕਿ ਪੰਚਾਇਤਾਂ ਜਾਂ ਜਿਹੜੀਆਂ ਹੈਗੀਆਂ ਸ਼ਹਿਰਾਂ ਦੀਆਂ ਇਲੈਕਸ਼ਨ ਜਿਹੜੀਆਂ ਮਿਊਨਿਸਪਲ ਕਮੇਟੀਆਂ ਦੀਆਂ ਆਉਣੀਆਂ, ਉਹਨਾਂ 'ਚ ਸਥਿਤੀ ਚੁਣੌਤੀ ਵਾਲੀ ਬਣ ਸਕਦੀ ਹੈ। ਕਿ ਇੱਕ ਪਾਸੇ ਤਾਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਨੇ ਪ੍ਰਧਾਨ, ਜਿਨ੍ਹਾਂ ਨੇ ਸੁਨੀਲ ਜਾਖੜ ਜੀ, ਜਿਨ੍ਹਾਂ ਨੇ ਸਰਦਾਰ ਚੰਨੀ ਜਿਹੜੇ 3 ਮਹੀਨੇ ਲਈ ਸੀਐਮ ਬਣੇ ਸੀ ਪੰਜਾਬ ਦੇ, ਉਹਨਾਂ ਨੂੰ ਕਿਹਾ ਸੀ ਕਿ ਪੈਰ ਦੀ ਜੁੱਤੀ ਸਿਰ ਤੇ ਨਹੀਂ ਬਿਠਾਈ ਦੀ। ਜਿਹੜੀ ਜਦੋਂ ਗੱਲ ਤੁਰਦੀ ਹੈ ਅਕਾਲੀ ਦਲ ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਅਧਿਕਾਰਤ ਤੌਰ 'ਤੇ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਕੋਈ ਇਹੋ ਜਿਹੀ ਸਹਿਮਤੀ ਨਹੀਂ ਹੈ, ਪਰ ਇਹ ਵੀ ਨਹੀਂ ਹੈ ਕਿ ਅਸਹਿਮਤੀ ਹੈ। ਕੋਈ ਮਾਹੌਲ ਇਸ ਤਰ੍ਹਾਂ ਦਾ ਬਣ ਰਿਹਾ, ਜੇ ਸਥਿਤੀ ਬਣਦੀ ਹੈ ਕਿ ਲੱਗਦਾ ਹੈ ਕਿ ਕਾਂਗਰਸ ਦਾ ਇੱਕ ਆਪਣੀ ਜਗ੍ਹਾ ਤੇ ਦਾਅਵਾ ਹੈ, ਪਰ ਅਕਾਲੀ ਦਲ ਤੇ ਭਾਜਪਾ ਮੁੜ ਕੇ ਪੰਜਾਬ 'ਚ ਮਜ਼ਬੂਤ ਗੱਠਜੋੜ ਦੇ ਤੌਰ ਤੇ ਉੱਭਰਨਗੇ ਜਿੱਦਾਂ ਪਿਛਲੇ ਸਮੇਂ 'ਚ ਰਹੇ ਹੈ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜਾ ਉਹਨਾਂ ਦਾ ਤੋੜ ਵਿਛੋੜਾ ਵੀ ਹੁੰਦਾ ਉਹ ਸਿਰਫ ਪੰਜਾਬ ਦੀ ਜਨਤਾ ਨੂੰ ਠੱਗਣ ਲਈ ਹੁੰਦਾ ਹੈ ਕਿ ਵੋਟਾਂ ਆਪਾਂ ਕਿੱਦਾਂ ਮੈਕਸਿਮਮ ਲੈ ਸਕਦੇ ਹਾਂ। ਜੇਕਰ ਜੁਆਇੰਟ ਦੋਨਾਂ ਦੇ ਗੱਠਜੋੜ 'ਚ ਵੋਟ ਨਹੀਂ ਮਿਲ ਰਹੀ ਤੇ ਅਲੱਗ-ਅਲੱਗ ਹੋ ਕੇ ਵੋਟ ਲੈ ਕੇ ਦੇਖ ਲਈਏ। ਜਿਹੜੇ ਨੇਤਾ ਸਾਰੀ ਉਮਰ ਕਾਂਗਰਸ ਦੀ ਸੇਵਾ ਕਰਦੇ ਰਹੇ, ਹੁਣ ਉਹ ਭਾਜਪਾ ਦੇ ਆਗੂ ਬਣ ਕੇ ਅੱਗੇ ਚੱਲ ਪਏ ਹੈ ਤੇ ਭਾਜਪਾ ਦੇ ਅੰਦਰ ਵੀ ਉਹਨਾਂ ਮੁੱਦਿਆਂ ਦੇ ਉੱਤੇ ਵਿਰੋਧ ਹੈ, ਤਾਂ ਕਿਸ ਤਰ੍ਹਾਂ ਦੀ ਲੀਡਰਸ਼ਿਪ ਅੱਗੇ ਸਾਹਮਣੇ ਆਏਗੀ? ਗੱਠਜੋੜ ਦੀਆਂ ਗੱਲਾਂ ਤਾਂ ਬਾਅਦ ਦੀਆਂ ਹੁੰਦੀਆਂ। ਸਿਰਫ ਇਸ ਕਰਕੇ ਕਿ ਉਹ ਕੱਲ ਕਿਸੇ ਹੋਰ ਪਾਰਟੀ ਦਾ ਵਿਅਕਤੀ ਸੀ ਤੇ ਅੱਜ ਉਹ ਸਾਡੀ ਪਾਰਟੀ 'ਚ ਆ ਗਿਆ ਤੇ ਉੱਥੇ ਚੰਗਾ ਸੀ ਜਾਂ ਇੱਥੇ ਬੁਰਾ ਹੋ ਗਿਆ, ਜਾਂ ਉੱਥੇ ਬੁਰਾ ਸੀ ਤਾਂ ਇੱਥੇ ਚੰਗਾ ਹੋ ਗਿਆ, ਇੱਦਾਂ ਦੀ ਗੱਲ ਨਹੀਂ। ਵਿਚਾਰਧਾਰਾ ਪਾਰਟੀ ਸਾਡੀ ਕੈਡਰ ਬੇਸ ਪਾਰਟੀ ਪਹਿਲਾਂ ਵੀ ਸੀ, ਸਾਡੀ ਪਾਰਟੀ ਅੱਜ ਵੀ ਕੈਡਰ ਬੇਸ ਹੀ ਹੈ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੁੱਦਾ ਸ਼੍ਰੋਮਣੀ ਅਕਾਲੀ ਦਲ ਪਿਛਲੇ 2 ਦਿਨ ਤੋਂ ਲਗਾਤਾਰ ਮੰਥਨ ਕਰ ਰਿਹਾ ਹੈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ, ਆਪਣੇ ਜਥੇਬੰਦਕ ਮਾਮਲਿਆਂ ਨੂੰ ਲੈ ਕੇ। ਇਹਦੇ ਚੱਲਦਿਆਂ ਮੀਡੀਆ ਦੇ ਅੰਦਰ ਇਹ ਵੀ ਜ਼ੋਰਦਾਰ ਆਵਾਜ਼ ਉੱਠਦੀ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਵੱਲ ਲਗਾਤਾਰ ਅੱਗੇ ਵਧ ਰਹੇ ਹੈ। ਜਦੋਂ ਆਪਾਂ ਮੀਟਿੰਗ ਦੀ ਸਮਾਪਤੀ ਦੇ ਉੱਤੇ ਡਿਬੇਟ ਕਰ ਰਹੇ ਹਾਂ ਤਾਂ ਸਪਸ਼ਟ ਤੌਰ ਤੇ ਚਾਹੇ ਭਾਜਪਾ ਦੀ ਗੱਲ ਕਰੀਏ ਜਾਂ ਅਕਾਲੀ ਦਲ ਦੀ ਗੱਲ ਕਰੀਏ, ਸਿੱਧੇ ਤੌਰ ਤੇ ਕਿਸੇ ਵੀ ਆਗੂ ਵੱਲੋਂ ਪੁਸ਼ਟੀ ਤਾਂ ਨਹੀਂ ਕੀਤੀ ਗਈ। ਰਾਜਨੀਤੀ ਬੜੀ ਦਿਲਚਸਪ ਹੁੰਦੀ ਹੈ, ਪਰ ਇਨਕਾਰ ਵੀ ਨਹੀਂ ਕੀਤਾ ਗਿਆ। ਕਿਧਰੇ ਨਾ ਕਿਧਰੇ ਤੰਦਾਂ ਜ਼ਰੂਰ ਜੁੜਦੀਆਂ ਨਜ਼ਰ ਆ ਰਹੀਆਂ। ਖੈਰ, ਅਕਾਲੀ ਦਲ ਨੇ ਸਿਵਲ ਕੋਡ ਦੇ ਮਾਮਲੇ 'ਚ 4 ਮੈਂਬਰੀ ਕਮੇਟੀ ਬਣਾਈ ਹੈ। 13 ਜੁਲਾਈ ਨੂੰ ਲਾ ਕਮਿਸ਼ਨ ਉਹਨਾਂ ਵੱਲੋਂ ਆਪਣੀ ਰਿਪੋਰਟ ਸੌਂਪੀ ਜਾਵੇਗੀ ਤੇ ਅਕਾਲੀ ਦਲ ਪੰਜਾਬ ਦੇ ਮੁੱਦਿਆਂ ਤੇ ਪੰਜਾਬ 'ਚ ਲੋਕਾਂ ਕੋਲ ਆਪਣੀ ਪਹੁੰਚ ਕਰੇਗਾ। ਇਹਨਾਂ ਸਾਰੇ ਮੁੱਦਿਆਂ ਤੇ ਪੈਨਲ ਤੇ ਜਿਹੜੀ ਮਹਿਮਾਨ ਮੇਰੀ ਬੇਨਤੀ ਪ੍ਰਵਾਨ ਕਰਕੇ ਜੁੜੇ ਹੈ, ਸ਼੍ਰੋਮਣੀ ਅਕਾਲੀ ਦਲ ਦੇ ਕਦਾਵਰ ਬੁਲਾਰੇ ਨੇ ਹਰਜੀਤ ਭੁੱਲਰ ਜੀ, ਪੰਜਾਬ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਬੁਲਾਰੇ ਸੁਖਬੀਰ ਸਲਾਰਪੁਰ ਜੀ, ਇਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਸਹਿਲ ਸਾਂਪਲਾ ਜੀ ਨੌਜਵਾਨ ਬੁਲਾਰੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਤੇ ਸਿੱਖ ਪੰਥ ਦੇ ਜਾਣੇ ਪਹਿਚਾਣੇ ਚਿਹਰੇ ਅਮਰਿੰਦਰ ਸਿੰਘ। ਸਾਰੇ ਮਹਿਮਾਨਾਂ ਨੂੰ ਮੈਂ ਤਹਿ ਦਿਲ ਤੋਂ ਜੀ ਆਖਦਾ, ਧੰਨਵਾਦ ਕਰਦਾ। ਹਰਜੀਤ ਭੁੱਲਰ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਸ਼੍ਰੋਮਣੀ ਅਕਾਲੀ ਦਲ ਦੀ ਅੱਜ ਜਿਹੜੀ ਮੀਟਿੰਗ ਹੋਈ ਹੈ, ਸੁਖਬੀਰ ਬਾਦਲ ਨੇ ਪ੍ਰਧਾਨਗੀ ਕੀਤੀ, ਆਪਾਂ ਸਾਰੇ ਜਾਣਦੇ ਹਾਂ। ਜ਼ਾਹਰਾ ਤੌਰ 'ਤੇ ਜਿਹਨਾਂ ਮੁੱਦਿਆਂ ਦਾ ਚਰਚਾ ਕੀਤੀ ਗਈ ਹੈ ਉਹ ਵੀ ਆਪਾਂ ਮੈਂ ਜ਼ਿਕਰ ਕੀਤਾ ਹੈ।
ਪਰ ਇੱਕ ਸਵਾਲ ਮੈਂ ਉਸ ਮੁੱਦੇ ਤੇ ਲੈਣਾ ਚਾਹੁੰਦਾ ਜਿਹੜਾ ਮੀਡੀਆ 'ਚ ਉਸ ਤਰੀਕੇ ਨਾਲ ਖੁੱਲ੍ਹ ਕੇ ਨਹੀਂ ਆਇਆ, ਪਰ ਜਿੱਦਾਂ ਮੈਂ ਕਿਹਾ ਕਿ ਕਿਧਰੇ ਨਾ ਕਿਧਰੇ ਉਹ ਤੰਦਾਂ ਜ਼ਰੂਰ ਜਾ ਕੇ ਜੁੜਦੀਆਂ। ਉਹ ਅਕਾਲੀ ਦਲ ਤੇ ਭਾਜਪਾ ਦੀ ਸਾਂਝ ਨੂੰ ਲੈ ਕੇ ਜਦੋਂ ਅੰਮ੍ਰਿਤਸਰ ਦੇ ਵਿੱਚ ਹਰਜੀਤ ਭੁੱਲਰ ਜੀ ਅੱਜ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਗਏ ਤੇ ਉਹਨਾਂ ਨਾਲ ਉਹਨਾਂ ਦੇ ਆਗੂ ਵੀ ਗਏ, ਉਹਨਾਂ ਵੱਲੋਂ ਵੀ ਖੈਰ ਆਪਣੇ ਆਪਣੇ ਢੰਗ ਨਾਲ ਗੱਲ ਕੀਤੀ ਗਈ, ਪਰ ਕਿਸੇ ਵੱਲੋਂ ਵੀ ਗੱਠਜੋੜ ਜਾਂ ਸਮਝੌਤੇ ਦੀ ਸੰਭਾਵਨਾ ਨੂੰ ਰੱਦ ਵੀ ਨਹੀਂ ਕੀਤਾ ਗਿਆ। ਅੱਜ ਅਕਾਲੀ ਦਲ ਨੇ ਵੀ ਇਹ ਜ਼ਰੂਰ ਕਿਹਾ ਕਿ ਅੱਜ ਦੀ ਮੀਟਿੰਗ 'ਚ ਕੋਈ ਗੱਲ ਨਹੀਂ ਹੋਈ, ਪਰ ਇਹ ਵੀ ਨਹੀਂ ਕਿਹਾ ਕਿ ਗੱਲ ਨਹੀਂ ਹੋਏਗੀ ਜਾਂ ਨਹੀਂ ਹੋ ਸਕਦੀ। ਕਿਸੇ ਲੱਗਦਾ ਹੈ ਕਿ ਜ਼ਰੂਰ ਬਰੀਕੀ ਨਾਲ ਤੰਦ ਜੁੜਦੀ ਨਜ਼ਰ ਆ ਰਹੀ ਹੈ। ਹਰਜੀਤ ਭੁੱਲਰ ਜੀ ਕਿਵੇਂ ਦੇਖਦੇ ਹੋ ਇਸ ਅਹਿਮ ਤੇ ਵੱਡੇ ਮੁੱਦੇ ਤੇ ਪੰਜਾਬੀ ਜ਼ਰੂਰ ਜਾਣਨਾ ਚਾਹੁੰਦੇ ਆ। ਦੇਖੋ ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈਗੀ ਹੈ, ਜਿਸ ਤਰ੍ਹਾਂ 2024 ਨੇੜੇ ਆ ਰਿਹਾ ਹੈ, ਉਸ ਤਰ੍ਹਾਂ ਚਾਹੇ ਉਹ ਐਨਡੀਏ ਹੋਵੇ ਚਾਹੇ ਯੂਪੀਏ ਹੋਵੇ, ਬਹੁਤ ਸਾਰੀਆਂ ਗਤੀਵਿਧੀਆਂ ਪੋਲੀਟੀਕਲ ਤੌਰ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਚੱਲ ਰਹੀਆਂ ਨੇ। ਪਰ ਮੈਂ ਤਾਂ ਉੱਥੇ ਇੱਕ ਚੀਜ਼ ਦੱਸ ਦੇਣਾ ਚਾਹੁੰਦਾ ਹੈ ਕਿ ਅੱਜ ਦੀ ਮੀਟਿੰਗ ਦਾ ਉਹਨਾਂ ਗਤੀਵਿਧੀਆਂ ਦੇ ਨਾਲ ਕੋਈ ਵੀ ਸਰੋਕਾਰ ਨਹੀਂ ਸੀਗਾ ਜੀ। ਅੱਜ ਜਿਹੜੀ ਮੀਟਿੰਗ ਸੀ ਉਹ ਮਿਊਨਿਸਪਲ ਕਮੇਟੀਆਂ ਦੀ ਆਉਣ ਵਾਲੀਆਂ ਇਲੈਕਸ਼ਨਾਂ, ਪੰਚਾਇਤਾਂ ਦੀਆਂ ਇਲੈਕਸ਼ਨਾਂ ਜਾਂ 2024 ਦੀ ਜਿਹੜੀ ਇਲੈਕਸ਼ਨ ਆਉਣੀ ਹੈ ਉਹਦੇ ਵਾਸਤੇ ਕਿਸ ਤਰ੍ਹਾਂ ਹੀ ਵਿਉਂਤਬੰਦੀ ਕਰਨੀ ਹੈ, ਉਹਦੇ ਵਾਸਤੇ ਜ਼ਿਲ੍ਹਾ ਪ੍ਰਧਾਨਾਂ ਦੀ ਜਿਹੜੇ ਆਬਜ਼ਰਵਰ ਨੇ ਉਹਨਾਂ ਦੀ ਜਾਂ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਦੇ ਵਾਸਤੇ ਸਾਰਿਆਂ ਦੀ ਮੀਟਿੰਗ ਸੱਦੀ ਗਈ ਸੀਗੀ। ਔਰ ਪ੍ਰਧਾਨ ਸਾਹਿਬ ਕਿਉਂਕਿ ਥੋੜਾ ਸਮਾਂ ਬਾਹਰ ਗਏ ਹੋਏ ਸੀਗੇ, ਉੱਥੋਂ ਵਾਪਸ ਆਏ ਨੇ ਤੇ ਵਾਪਸ ਆ ਕੇ ਉਹਨਾਂ ਨੇ ਇਹ ਪਹਿਲੀ ਮੀਟਿੰਗ ਜਿਹੜੀ ਹੈ ਸਾਰਿਆਂ ਨਾਲ ਸਾਂਝੀ ਕੀਤੀ। ਔਰ ਉਹਦੇ 'ਚ ਮੇਨ ਜਿਹੜੀਆਂ ਚੀਜ਼ਾਂ ਡਿਸਕਸ ਹੋਈਆਂ ਨੇ ਉਹ ਇਹੀ ਹੋਈਆਂ ਨੇ ਵੀ ਪੰਚਾਇਤੀ ਇਲੈਕਸ਼ਨਾਂ ਜਿਹੜੀਆਂ ਜਾਂ ਅੱਗੇ ਜਿਹੜੀ ਮਿਊਨਿਸਪਲ ਕਮੇਟੀ ਦੀਆਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਆਉਣੀਆਂ ਨੇ ਜੀ, ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਲੜਨਾ ਹੈਗਾ, ਉਹਦੇ ਬਾਰੇ ਜਿਹੜੀ ਵਿਉਂਤਬੰਦੀ ਹੈ ਉਹ ਕਿਸ ਤਰ੍ਹਾਂ ਕਰਨੀ ਹੈ, ਉਹਦੇ ਬਾਰੇ ਚਰਚਾ ਹੋਇਆ ਜੀ। ਪੁਲਿਸ ਸਾਹਿਬ ਇੱਕ ਸਵਾਲ, ਚਰਚਾ ਪੁਲਿਸ ਸਾਹਿਬ ਆਈ ਐਮ ਸੌਰੀ ਵਿੱਚੋਂ ਟੋਕਣ ਲੱਗਿਆ ਤੁਹਾਨੂੰ, ਇੱਕ ਸਵਾਲ ਮੈਂ ਇਸ ਮੁੱਦੇ ਤੇ ਜ਼ਰੂਰ ਬੀਂਗ ਜਰਨਲਿਸਟ ਮੈਂ ਗੱਲ ਕਰਨੀ ਚਾਹੁੰਦਾ ਇਸ ਇਸ਼ੂ ਦੇ ਉੱਤੇ। ਮੇਰੀ ਜਾਣਕਾਰੀ ਮੁਤਾਬਕ ਕਿਧਰੇ ਇਹ ਵੀ ਹੈ ਕਿ ਜਿਸ ਤਰ੍ਹਾਂ ਪਿਛਲੇ ਸਮਿਆਂ 'ਚ 1992 'ਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਆਪਸ ਵਿੱਚ ਕੋਈ ਸਹਿਯੋਗ ਦੇ ਮਾਮਲੇ ਤੇ ਸਹਿਮਤੀ ਬਣੀ ਸੀ ਕਿ ਉਹੋ ਜਿਹੀ ਵੀ ਬਰੀਕੀ ਦੇ ਨਾਲ ਚਰਚਾ ਜ਼ਰੂਰ ਹੋਈ ਆ ਪਾਰਟੀ ਦੇ ਅੰਦਰ। ਨਹੀਂ, ਦੇਖੋ ਇਸ ਤਰ੍ਹਾਂ ਹੈਗਾ ਕਿ ਅਜੇ ਤੱਕ ਇਹੋ ਜਿਹਾ ਕੁਝ ਨਹੀਂ ਹੈਗਾ ਕਿ ਅਸੀਂ ਕੋਈ ਭਾਰਤੀ ਜਨਤਾ ਪਾਰਟੀ ਨਾਲ ਕੋਈ ਸਮਝੌਤੇ ਦੀ ਗੱਲ ਜਾਂ ਚਰਚਾ ਕਰ ਰਹੇ ਹਾਂ। ਇਹ ਵੀ ਕੋਈ ਚਰਚਾ ਜਾਂ ਇਹੋ ਜਿਹਾ ਕੋਈ ਵਿਚਾਰ ਆਪਸ ਦੇ ਵਿੱਚ ਕੋਈ ਐਕਸਚੇਂਜ ਨਹੀਂ ਹੋਇਆ ਹੈਗਾ। ਅੱਜ ਸਿਰਫ ਔਰ ਸਿਰਫ ਇੱਕ ਮੀਟਿੰਗ ਸੀਗੀ ਪ੍ਰਧਾਨ ਜੀ ਦੀ, ਕਿਉਂਕਿ ਉਹ ਬਾਹਰੋਂ ਆਏ ਸੀਗੇ। ਦੂਸਰਾ ਇਹ ਸੀਗਾ ਵੀ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਨੇ ਉਹਨਾਂ ਬਾਰੇ ਸਿਰਫ ਸੀਗਾ, ਲੇਕਿਨ ਇੱਥੇ ਭਾਰਤੀ ਜਨਤਾ ਪਾਰਟੀ ਨਾਲ ਕੋਈ ਸਮਝੌਤੇ ਦੀ ਜਾਂ ਕਿਸੇ ਤਰੀਕੇ ਦਾ ਕੋਈ ਗੱਲ ਕਰਨ ਦੀ ਕੋਈ ਵੀ ਚਰਚਾ ਨਹੀਂ। ਪੁਲਿਸ ਸਾਹਿਬ ਬਿਲਕੁਲ ਠੀਕ, ਬਿਲਕੁਲ ਪੁਲਿਸ ਸਾਹਿਬ ਤੁਸੀਂ ਬਿਲਕੁਲ ਸਪਸ਼ਟ ਗੱਲ ਕਹਿ ਰਹੇ ਹੋ, ਕੋਈ ਗੱਲ ਨਹੀਂ, ਤੁਸੀਂ ਠੀਕ ਫਰਮਾ ਰਹੇ ਹੋ। ਪਰ ਇੱਕ ਸਵਾਲ ਮੈਂ ਫਿਰ ਬਾਕੀ ਮਹਿਮਾਨਾਂ ਵੱਲ ਵੀ ਜਾਣਾ, ਇੱਕ ਸਵਾਲ ਜ਼ਰੂਰ ਹੈ ਕਿ ਗੱਠਜੋੜ ਦੀਆਂ ਸੰਭਾਵਨਾ ਨੂੰ ਕਿਸੇ ਨੇ ਰੱਦ ਵੀ ਨਹੀਂ ਕੀਤਾ, ਗੱਲ ਨਹੀਂ ਹੋਈ, ਇੱਕ ਆਪਣੇ ਆਪ 'ਚ ਜਵਾਬ ਹੈ। ਪਰ ਇਸ ਨੂੰ ਕਿਉਂਕਿ ਵੱਡਾ ਮਾਮਲਾ ਸੀ, ਕਿਸੇ ਨੇ ਇਹ ਵੀ ਨਹੀਂ ਕਿਹਾ ਕਿ ਨਹੀਂ ਰੱਦ ਕਰਦੇ ਹਾਂ ਅਸੀਂ ਇਸ ਨੂੰ, ਇਹੋ ਜਿਹੀ ਕੋਈ ਗੱਲ ਨਹੀਂ, ਇੱਦਾਂ ਦੀ ਗੱਲ ਵੀ ਨਹੀਂ ਕਿਸੇ ਨੇ ਕਹੀ। ਪੁਲਿਸ ਦੇਖੋ ਮੈਂ ਤਾਂ ਸਪਸ਼ਟ ਕਰ ਦੇਣਾ ਚਾਹੁੰਦਾ ਸਿੱਧੂ ਸਾਹਿਬ ਕਿ ਅੱਜ ਦੇ ਮੁਤਾਬਕ ਸਾਡਾ ਭਾਰਤੀ ਜਨਤਾ ਪਾਰਟੀ ਨਾਲ ਕਿਸੇ ਤਰੀਕੇ ਦਾ ਕੋਈ ਗਠਬੰਧਨ ਹੋਣ ਨਹੀਂ ਜਾ ਰਿਹਾ, ਨਾ ਹੀ ਇਸ ਬਾਰੇ ਕੋਈ ਚਰਚਾ ਹੈਗੀ ਹੈ। ਓਕੇ, ਚਲੋ ਤੁਹਾਡਾ ਵੀ ਬਣ ਆ ਗਿਆ। ਸੰਭਲਾ ਜੀ ਇਸੇ ਮਾਮਲੇ ਤੇ ਬਾਕੀ ਮਹਿਮਾਨਾਂ ਤੋਂ ਵੀ ਆਪਾਂ ਸਵਾਲ ਲੈਂਦੇ ਹਾਂ, ਤੁਹਾਡੇ ਤੋਂ ਮੇਰਾ ਬਣਦਾ ਹੀ ਹੈ ਸਵਾਲ ਇਸ ਮਾਮਲੇ ਨੂੰ ਲੈ ਕੇ। ਅੱਜ ਅੰਮ੍ਰਿਤਸਰ ਦਾ ਜਦੋਂ ਮੈਂ ਜ਼ਿਕਰ ਕੀਤਾ, ਉੱਥੇ ਨਵੇਂ ਜਿਹੜੇ ਪ੍ਰਧਾਨ ਹੈ ਸੁਨੀਲ ਜਾਖੜ ਭਾਜਪਾ ਦੇ, ਉਹ ਵੀ ਗਏ, ਕੁਝ ਆਗੂ ਵੀ ਗਏ। ਭਾਜਪਾ ਦੇ ਕਈ ਆਗੂਆਂ ਨੇ, ਜਿੱਦਾਂ ਪੁਲਿਸ ਸਾਹਿਬ ਕਹਿ ਰਹੇ ਆ, ਜਦੋਂ ਉਹਨਾਂ ਤੋਂ ਸਵਾਲ ਮੀਡੀਆ ਵੱਲੋਂ ਪੁੱਛੇ ਗਏ ਤਾਂ ਉਹਨਾਂ ਨੇ ਥੋੜ੍ਹਾ ਜਿਹਾ ਤਾਂ ਟਾਲ ਮਟੋਲ ਜਾਂ ਘੁਮਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਨੂੰ ਰੱਦ ਵੀ ਨਹੀਂ ਕੀਤਾ ਪਰ ਹਾਂ ਵੀ ਨਹੀਂ ਕੀਤੀ। ਇਹ ਜ਼ਰੂਰ ਹੈ ਕਿ ਇੱਕ ਦੋ ਨੇ ਇਹ ਵੀ ਕਿਹਾ ਕਿ ਨਹੀਂ ਜੀ ਪਾਰਟੀ ਆਪਣੇ ਬਲਬੂਤੇ ਨਾਲ ਚੋਣ ਲੜੇਗੀ। ਕੋਈ ਲੱਗਦਾ ਹੈ ਕਿ ਜੇ ਸਹਿਯੋਗ ਹੁੰਦਾ ਤਾਂ ਦੋਨੇ ਤਰ੍ਹਾਂ ਦੇ ਲਈ ਕੋਈ ਹਾਂ ਪੱਖੀ ਸੰਭਾਵਨਾਵਾਂ ਬਣ ਸਕਦੀਆਂ ਪੰਜਾਬ ਦੇ ਅੰਦਰ। ਸਾਹਿਬ ਤੁਸੀਂ ਤੁਸੀਂ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੇ ਸਮਝੌਤੇ ਦੀ ਗੱਲ ਕਰ ਰਹੇ ਹੋ ਜਾਂ ਕੋਰ ਕਮੇਟੀ ਦੀ ਗੱਲ ਕਰ ਰਹੇ ਹੋ। ਦੇਖੋ, ਪਹਿਲੀ ਗੱਲ ਜਿਹੜਾ ਕੋਰ ਕਮੇਟੀ ਚੱਲ ਰਹੀ ਹੈ ਉਹਦਾ ਜੋ ਵੀ ਡਿਸੀਜਨ ਹੈ ਜਾਂ ਜੋ ਵੀ ਕਾਰਵਾਈ ਚੱਲ ਰਹੀ ਹੈ ਉਹ ਪਾਰਟੀ ਦਾ, ਅਕਾਲੀ ਦਲ ਦਾ ਅੰਦਰੂਨੀ ਸਿਸਟਮ ਹੈ, ਉਹ ਉਸ ਤਰੀਕੇ ਨਾਲ ਕਰ ਰਿਹਾ। ਜਿੱਥੇ ਤੱਕ ਤੁਸੀਂ ਸਵਾਲ ਪੁੱਛਦੇ ਹੋ ਕਿ ਅਕਾਲੀ ਦਲ ਜਾਂ ਬੀਜੇਪੀ ਦਾ ਗੱਠਜੋੜ ਹੋ ਸਕਦਾ, ਦੇਖੋ ਅੱਜ ਵਿਜੇ ਰੂਪਾਨੀ ਜੀ ਸਾਡੇ ਪੰਜਾਬ ਭਾਜਪਾ ਦੇ ਇੰਚਾਰਜ ਜੋ ਵੀ ਅੰਮ੍ਰਿਤਸਰ ਆਏ ਸੀ, ਉਹਨੇ ਹਜੇ ਤੱਕ ਤਾਂ ਇਸ ਚੀਜ਼ ਤੋਂ ਇਨਕਾਰ ਕੀਤਾ ਔਰ ਨਾਲ ਦੀ ਨਾਲ ਇਹ ਵੀ ਕਿਹਾ ਜੇ ਇਹਦੇ ਵਿੱਚ ਕੋਈ ਸੰਭਾਵਨਾ ਹੈ ਤੇ ਉਹ ਦਿੱਲੀ ਜਿਹੜਾ ਪਾਰਲੀਮੈਂਟਰੀ ਬੋਰਡ ਸਾਡਾ ਉਹ ਤੈਅ ਕਰੇਗਾ, ਨਾ ਕਿ ਮੈਂ ਤੈਅ ਕਰਾਂਗਾ ਜਾਂ ਨਾ ਹੀ
ਕੋਈ ਹੋਰ ਤੈਅ ਕਰੇਗਾ। ਜੇ ਆਪਾਂ ਅਕਾਲੀ ਦਲ ਦੀ ਵੀ ਗੱਲ ਕਰੀਏ ਤੇ ਉਹਨਾਂ ਦੀ ਕੋਰ ਕਮੇਟੀ ਤੈਅ ਕਰੇਗੀ, ਜੇ ਬੀਜੇਪੀ ਦੀ ਗੱਲ ਕਰੀਏ ਤੇ ਸਾਡਾ ਪਾਰਲੀਮੈਂਟਰੀ ਬੋਰਡ ਤੈਅ ਕਰੇਗਾ। ਪਰ ਹਜੇ ਤੱਕ ਇਦਾਂ ਦੇ ਸੰਕੇਤ ਸਾਨੂੰ ਦਿੱਤੇ ਨਹੀਂ ਗਏ ਜਾਂ ਸਾਨੂੰ ਕੋਈ ਇਦਾਂ ਦਾ ਦਿਸ਼ਾ ਨਿਰਦੇਸ਼ ਨਹੀਂ ਹੈ। ਸੋ ਇਸ ਕਰਕੇ ਜੇ ਕੋਈ ਇਨ ਫਿਊਚਰ ਹੁੰਦਾ ਆ, ਮੈਨੂੰ ਹਜੇ ਤੱਕ ਨਹੀਂ ਪਤਾ ਜਾਂ ਕੋਈ ਜਾਣਕਾਰੀ ਨਹੀਂ। ਜੇ ਹੋਇਆ ਤਾਂ ਪੰਜਾਬ ਦੇ ਸੂਬੇ ਦੇ ਲੈਵਲ ਤੇ ਨਹੀਂ, ਇਹ ਨੈਸ਼ਨਲ ਪਾਰਲੀਮੈਂਟਰੀ ਬੋਰਡ ਜੀ ਬਿਲਕੁਲ, ਜੋ ਉੱਥੋਂ ਡਿਸੀਜਨ ਹੋਏਗਾ ਉਹ ਹੋਵੇਗਾ। ਸਾਂਵਲਾ ਜੀ ਤੁਹਾਡਾ ਜਵਾਬ ਬਿਲਕੁਲ, ਮੈਂ ਇਹਨੂੰ ਕੋਈ ਕੰਟਰਡਿਕਟ ਨਹੀਂ ਕਰ ਰਿਹਾ, ਆਪਣੀ ਜਗ੍ਹਾ ਤੇ ਤੁਸੀਂ ਠੀਕ ਫਰਮਾ ਰਹੇ ਹੋ, ਠੀਕ ਜਵਾਬ ਹੈ ਤੁਹਾਡਾ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਸਾਂਝ ਦੀ ਜਾਂ ਗੱਠਜੋੜ ਦੀ, ਤਾਂ ਅਕਾਲੀ ਦਲ ਦੇ ਨਾਲ ਇੱਕ ਹੋਰ ਧਿਰ ਜਿਹੜੀ ਗੱਠਜੋੜ ਜਾਂ ਪਹਿਲਾਂ ਉਹ ਹੈ ਬਸਪਾ ਦੇ ਪ੍ਰਧਾਨ ਵੱਲੋਂ ਇੱਕ ਦਿਨ ਪਹਿਲਾਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਭਾਜਪਾ ਦੇ ਨਵੇਂ ਪ੍ਰਧਾਨ ਬਣਾਏ ਗਏ ਹੈ ਸੁਨੀਲ ਜਾਖੜ, ਉਹ ਦਲਿਤ ਵਿਰੋਧੀ ਹੈ। ਇਸ ਕਰਕੇ ਦਲਿਤ ਵਿਰੋਧੀ ਜਿਹੜਾ ਆਗੂ ਹੋਏਗਾ ਉਹਦੇ ਨਾਲ ਗੱਠਜੋੜ ਕਿਵੇਂ ਹੋ ਸਕਦਾ ਹੈ? ਇਹ ਗੱਲ ਔਨ ਰਿਕਾਰਡ ਤੇ ਹੈ ਸਾਂਪਲਾ, ਜਿਹੜੀ ਮੈਂ ਗੱਲ ਪੁੱਛੀ ਹੈ, ਮੀਡੀਆ 'ਚ ਆਈ ਵੀ ਗੱਲ ਹੈ। ਦੇਖੋ ਜੀ, ਨਾ ਤਾਂ ਅਸੀਂ ਬੀਐਸਪੀ ਨਾਲ ਗੱਠਜੋੜ ਕਰਨ ਦੇ ਬਾਰੇ ਸੋਚ ਰਹੇ ਹਾਂ ਤੇ ਨਾ ਹੀ ਅਸੀਂ ਕਦੀ ਪਹਿਲਾਂ ਸੋਚਿਆ। ਅਸੀਂ ਇੱਕ ਵਾਰੀ ਯੂਪੀ 'ਚ ਖਤਾ ਖਾ ਚੁੱਕੇ ਹਾਂ ਬੀਐਸਪੀ ਤੋਂ। ਉਸ ਤੋਂ ਬਾਅਦ ਅਸੀਂ ਨਾ ਤਾਂ ਕਦੀ ਯੂਪੀ ਦੇ ਵਿੱਚ, ਜਿੱਥੇ ਸਭ ਤੋਂ ਵੱਡੀ ਪਾਰਟੀ ਇਹ ਕਿਹਾ ਜਾਂਦਾ ਜਿੱਥੇ ਇਹਨਾਂ ਦੀ ਸਰਕਾਰ ਰਹੀ, ਨਾ ਅਸੀਂ ਉੱਥੇ ਕਦੀ ਗਠਬੰਧਨ ਕੀਤਾ। ਤੇ ਪੰਜਾਬ 'ਚ ਤਾਂ ਬੀਐਸਪੀ 'ਚ ਸਾਡਾ ਗਠਬੰਧਨ ਕਰਨ ਦਾ ਵੈਸੇ ਕੋਈ ਮਤਲਬ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਬੀਐਸਪੀ ਦਾ ਨਾ ਕੋਈ ਸੰਗਠਨ ਨਾਂ ਦੀ ਚੀਜ਼ ਹੈ ਔਰ ਨਾ ਹੀ ਕੋਈ ਜ਼ਮੀਨੀ ਸਤਰ ਤੇ ਕੋਈ ਚੀਜ਼ ਹੈ। ਸੋ ਜਿੱਥੇ ਇਹਨਾਂ ਦਾ ਅਸੀਂ ਉੱਥੇ ਨਹੀਂ ਕਦੀ ਕੀਤਾ ਤੇ ਪੰਜਾਬ 'ਚ ਕੀ ਕਰਨਾ ਗਠਬੰਧਨ। ਅਸੀਂ ਤੁਸੀਂ ਤਾਂ ਗੱਲ ਕਰੇ, ਬੀਐਸਪੀ ਵਾਲੇ ਤਾਂ ਗੱਲ ਕਰ ਰਹੇ ਪ੍ਰਧਾਨ ਸਾਹਿਬ, ਜਿੱਦਾਂ ਅਸੀਂ ਉਹਨਾਂ ਦੇ ਮਗਰ ਪਏ। ਸਾਨੂੰ ਤਾਂ ਲੋੜ ਹੀ ਨਹੀਂ ਮਾਰੇ, ਨਾ ਸਾਨੂੰ ਇਹਨਾਂ ਦੀ ਯੂਪੀ 'ਚ ਲੋੜ ਹੈ ਨਾ ਪੰਜਾਬ ਦੀ। ਅਸੀਂ ਤਾਂ ਇਹਨਾਂ ਦੇ ਮਗਰ ਨਾਲ ਲੈ ਪਏ ਆ ਔਰ ਨਾ ਸਾਨੂੰ ਜ਼ਰੂਰਤ, ਅਸੀਂ ਨਾ ਕਦੀ ਪ੍ਰਸਤਾਵ ਦਿੱਤਾ ਨਾ ਮੰਗਿਆ ਇਹਨਾਂ ਤੋਂ ਗਠਬੰਧਨ ਦੀ। ਸੋ ਏਦਾਂ ਦੀਆਂ ਗੱਲਾਂ ਦਾ ਜਵਾਬ ਦੇਣ ਦੀ ਲੋੜ ਹੀ ਨਹੀਂ, ਜਿਨ੍ਹਾਂ ਨੂੰ ਅਸੀਂ ਜਾਣਾ ਹੀ ਨਹੀਂ। ਅਸੀਂ ਕਿਸੇ ਵੀ ਹਾਲਾਤ 'ਚ ਅਸੀਂ ਤਾਂ ਉਹਨਾਂ ਨੂੰ ਕਦੀ ਕਿਹਾ ਵੀ ਨਹੀਂ ਤਾਂ ਮੈਂ ਗਠਬੰਧਨ ਕਰਨਾ ਵੀ ਨਹੀਂ ਕਰਨਾ। ਉਹ ਆਣਗੇ, ਉਹ ਕਹਿਣਗੇ ਕਿ ਅਸੀਂ ਤੁਹਾਡਾ ਗਠਬੰਧਨ ਕਰਨਾ ਤੇ ਅਸੀਂ ਕਵਾਂਗੇ ਠੀਕ ਹੈ, ਸੋਚਾਂਗੇ। ਪਰ ਸਾਨੂੰ ਅਸੀਂ ਇਦਾਂ ਦਾ ਨਾ ਕੋਈ ਵਿਚਾਰ ਹੈ ਔਰ ਨਾ ਹੀ ਅਸੀਂ ਇਦਾਂ ਦਾ ਕੋਈ ਪ੍ਰਸਤਾਵ ਦਿੱਤਾ ਜੀ। ਇਸ ਕਰਕੇ ਵੀ ਸਵਾਲ ਜਿਹੜਾ ਸਾਂਪਲਾ ਜੀ ਮੈਂ ਲਿਆ ਤੁਹਾਡੇ ਕੋਲੋਂ, ਕਿਉਂਕਿ ਅਕਾਲੀ ਦਲ ਤੇ ਬਸਪਾ ਦਾ ਆਪਸ ਵਿੱਚ ਇਸ ਵੇਲੇ ਪੰਜਾਬ ਤੁਸੀਂ ਵੀ ਜਾਣਦੇ, ਆਪਾਂ ਸਾਰੇ ਜਾਣਦੇ ਹਾਂ, ਗੱਠਜੋੜ ਹੈ। ਜੇ ਅਕਾਲੀ ਦਲ ਨਾਲ ਕੋਈ ਗੱਲਬਾਤ ਚੱਲਦੀ ਹੈ ਤਾਂ ਬਸਪਾ ਕਹਿ ਰਹੀ ਹੈ ਕਿ ਦਲਿਤ ਵਿਰੋਧੀ ਚਿਹਰਾ ਜਿਹੜਾ ਪ੍ਰਧਾਨ ਹੈ, ਫਿਰ ਇਹ ਗੱਠਜੋੜ ਦੀ ਸੰਭਾਵਨਾ ਤਾਂ ਉਹਨਾਂ ਨੇ ਮੁੱਢੋਂ ਇਨਕਾਰ ਕਰ ਦਿੱਤੀ ਹੈ। ਮੈਂ ਸਿੱਧਾ ਉਹੀ ਪਹਿਲੀ ਗੱਲ ਕਰ ਰਿਹਾ, ਨਾ ਤਾਂ ਅਸੀਂ ਅਕਾਲੀ ਦਲ ਨੂੰ ਪ੍ਰਸਤਾਵ ਦਿੱਤਾ ਹਜੇ ਤੱਕ ਗਠਬੰਧਨ ਦਾ, ਨਾ ਬਸਪਾ ਨੂੰ ਦਿੱਤਾ। ਅਕਾਲੀ ਦਲ ਆਪਣੀ ਕੋਰ ਕਮੇਟੀ ਦੀ ਮੀਟਿੰਗ ਕਰ ਰਿਹਾ, ਉਹਦਾ ਪਾਰਟੀ ਦਾ ਇੰਟਰਨਲ ਮੈਟਰ ਹੈ। ਬੀਐਸਪੀ ਨੇ ਕੀ ਕਰਨਾ ਉਹਨਾਂ ਦਾ ਮੈਟਰ ਹੈ। ਅਸੀਂ ਕਿਸੇ ਨੂੰ ਵੀ ਪ੍ਰਸਤਾਵ ਨਹੀਂ ਭੇਜਿਆ ਹਜੇ ਤੱਕ ਜਾਂ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਗਠਬੰਧਨ ਦੀ। ਜੇ ਅਕਾਲੀ ਦਲ ਚਾਹੇ ਸਾਡੇ ਨਾਲ ਆਉਣਾ ਤਾਂ ਜੀ ਆਇਆਂ ਉਹਨੂੰ, ਜੇ ਬੀਐਸਪੀ ਚਾਹੇ ਤੇ ਜੀ ਆਇਆਂ ਨੂੰ। ਪਰਿਵਾਰ ਵੱਡਾ ਹੁੰਦਾ, ਸਾਨੂੰ ਕੋਈ ਸਮੱਸਿਆ ਨਹੀਂ, ਮਗਰ ਮੇਰੇ ਜੀ ਆਇਆਂ ਕਹਿਣ ਤੇ ਵੀ ਕੁਝ ਨਹੀਂ ਬਣਨਾ। ਇਹਦਾ ਫੈਸਲਾ ਪਾਰਲੀਮੈਂਟਰੀ ਬੋਰਡ ਨੇ ਲੈਣਾ ਆ। ਇਹ ਉੱਥੇ ਪ੍ਰਸਤਾਵ ਜਾਏਗਾ ਤੇ ਸੋਚਾਂਗੇ ਅਸੀਂ ਕਿਸੇ ਬਿਲਕੁਲ ਠੀਕ ਤੁਹਾਡਾ ਵੀ ਵੰਡਾ। ਸੁਖਵੀਰ ਜੀ, ਇਹ ਸਵਾਲ ਦੇ ਉੱਤੇ ਮੈਂ ਤੁਹਾਡੇ ਤੋਂ ਵੀ ਜਵਾਬ, ਕਿਉਂਕਿ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਕਾਂਗਰਸ ਇੱਕ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ। ਕੀ ਲੱਗਦਾ ਹੈ ਕਿ ਅਕਾਲੀ ਭਾਜਪਾ ਗੱਠਜੋੜ ਬੇਸ਼ੱਕ ਜ਼ਾਹਰਾ ਤੌਰ ਤੇ ਸਾਰੀਆਂ ਧਿਰਾਂ ਵੱਲੋਂ ਇਸ ਮਾਮਲੇ ਤੇ ਕੋਈ ਵੀ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ, ਪਰ ਜੋ ਮਾਹੌਲ ਬਣ ਰਿਹਾ ਉਹਦੇ ਮੁਤਾਬਕ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੋਸੀਬਿਲਿਟੀ ਹੋ ਵੀ ਸਕਦੀ ਹੈ, ਕਿਉਂਕਿ ਇਨਕਾਰ ਵੀ ਨਹੀਂ ਕੀਤਾ ਜਾ ਰਿਹਾ। ਜੇ ਸਥਿਤੀ ਬਣਦੀ ਹੈ, ਕੀ ਲੱਗਦਾ ਕਿ ਕਾਂਗਰਸ ਦੇ ਲਈ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ ਆਉਣ ਵਾਲੀਆਂ ਪਾਰਲੀਮੈਂਟ ਦੀ ਗੱਲ ਕਰ ਲਈਏ, ਜਾਂ ਜਿੱਦਾਂ ਪਹਿਲਾਂ ਆ ਰਿਹਾ ਕਿ ਪੰਚਾਇਤਾਂ ਜਾਂ ਜਿਹੜੀਆਂ ਹੈਗੀਆਂ ਸ਼ਹਿਰਾਂ ਦੀਆਂ ਇਲੈਕਸ਼ਨ ਜਿਹੜੀਆਂ ਮਿਊਨਿਸਪਲ ਕਮੇਟੀਆਂ ਦੀਆਂ ਆਉਣੀਆਂ, ਉਹਨਾਂ 'ਚ ਸਥਿਤੀ ਚੁਣੌਤੀ ਵਾਲੀ ਬਣ ਸਕਦੀ ਹੈ? ਸੁਖਵੀਰ ਜੀ। ਸਿੱਧੂ ਸਾਹਿਬ, ਜਿਹੜਾ ਤੁਹਾਡਾ ਸਵਾਲ ਹੈ ਕਿ ਸਾਡੀ ਚੁਣੌਤੀ ਦੀ ਗੱਲ, ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਕਿ ਅਕਾਲੀ ਦਲ ਬੀਜੇਪੀ ਦਾ ਜੇ ਅਲਾਈਅੰਸ ਹੁੰਦਾ ਤੇ ਕਾਂਗਰਸ ਲਈ ਕੋਈ ਚੁਣੌਤੀ ਵਾਲੀ ਗੱਲ ਨਹੀਂ। ਕਿਉਂਕਿ ਮੈਂ ਜਿੱਥੇ ਕਿਆਸ ਰਾਈਆਂ ਦੀ ਗੱਲ ਚੱਲ ਰਹੀ ਹੈ ਕਿ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਕਿ ਬੀਜੇਪੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤੇ ਦੇ ਚਰਚੇ ਜਿਹੜੇ ਆਮ ਸੋਸ਼ਲ ਮੀਡੀਆ ਤੇ ਜਾਂ ਲੋਕਾਂ ਦੇ ਵਿੱਚ ਚੱਲ ਰਹੇ ਆ, ਔਰ ਅਧਿਕਾਰਕ ਤੌਰ ਤੇ ਇਸ ਦੀ ਪੁਸ਼ਟੀ ਕਿਸੇ ਵੀ ਦੋਵਾਂ ਪਾਰਟੀਆਂ ਦੇ ਲੀਡਰ ਨੇ ਨਹੀਂ ਕੀਤੀ ਕਿ ਇਹ ਜਿਹੜਾ ਅਲਾਈਅੰਸ ਜਿਹੜਾ ਹੋਣ ਜਾ ਰਿਹਾ। ਪਰ ਇੱਕ ਗੱਲ ਤੋਂ ਇਸ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਭੋਗ ਸੀਗਾ, ਅੰਤਿਮ ਅਰਦਾਸ ਦੇ ਸਮੇਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਧਾਮੀ ਜੀ ਨੇ ਬੜੀਆਂ ਪਿਛਲੀਆਂ ਜਿਹੜੀਆਂ ਆ ਉਹ ਆਪਣੇ ਸਬੰਧ ਜਿਹੜੇ ਨਿੱਘੇ ਸਬੰਧਾਂ ਦਾ ਇਜ਼ਹਾਰ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਨਾਲੇ ਸਾਡੇ ਇਸ ਤਰ੍ਹਾਂ ਦੇ ਸਬੰਧ ਸੀ। ਉੱਥੇ ਅਮਿਤ ਸ਼ਾਹ ਜੀ ਵੀ ਜਿਹੜੇ ਗ੍ਰਹਿ ਮੰਤਰੀ ਨੇ ਭਾਰਤ ਦੇ, ਉਹ ਵੀ ਮੌਜੂਦ ਸਨ ਜਦੋਂ ਉਹਨਾਂ ਨੇ ਇਹੋ ਜਿਹੇ ਚਰਚੇ ਕੀਤੇ। ਉਸ ਤੋਂ ਬਾਅਦ ਲਗਾਤਾਰ ਜਿਹੜਾ ਲੋਕਾਂ ਦੇ ਵਿੱਚ ਆਮ ਜਿਹੜੀ ਇਹ ਧਾਰਨਾ ਬਣੀ ਰਹੀ ਕਿ ਬੀਜੇਪੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਗਠਬੰਧਨ ਜਿਹੜਾ ਦੁਬਾਰਾ ਜਿਹੜਾ ਆ ਉਹ ਪੰਜਾਬ ਦੇ ਅੰਦਰ ਹੋ ਸਕਦਾ ਹੈ। ਪਰ ਮੈਂ ਇੱਥੇ ਇਹ ਗੱਲ
ਦੱਸਣੀ ਚਾਹੁੰਦਾ ਕਿ ਇੱਕ ਪਾਸੇ ਤਾਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਨੇ ਪ੍ਰਧਾਨ, ਜਿਨ੍ਹਾਂ ਨੇ ਸੁਨੀਲ ਜਾਖੜ ਜੀ, ਜਿਨ੍ਹਾਂ ਨੇ ਸਰਦਾਰ ਚੰਨੀ ਜਿਹੜੇ 3 ਮਹੀਨੇ ਲਈ ਸੀਐਮ ਬਣੇ ਸੀ ਪੰਜਾਬ ਦੇ, ਉਹਨਾਂ ਨੂੰ ਕਿਹਾ ਸੀ ਕਿ ਪੈਰ ਦੀ ਜੁੱਤੀ ਸਿਰ ਤੇ ਨਹੀਂ ਬਿਠਾਈ ਦੀ, ਜਿਹੜੀ ਜਿਨ੍ਹਾਂ ਦੀ ਜਗ੍ਹਾ ਪੈਰਾਂ ਵਿੱਚ ਹੋਵੇ। ਬੜੇ ਘਟੀਆ ਨਿੰਦਣਯੋਗ ਜਿਹੜੇ ਅਪਸ਼ਬਦ ਜਿਹੜੇ ਸੀ, ਇੱਕ ਜਾਤੀ ਵਿਤਕਰਾ ਕਰਕੇ, ਇੱਕ ਜਾਤੀ ਮਾੜੀ ਮਾਨਸਿਕਤਾ ਦੇ ਨਾਲ ਜਿਹੜੇ ਆਪਣੇ ਇੱਕ ਜਿਹੜਾ ਪੰਜਾਬ ਦਾ ਜਿਹੜਾ ਮਸ਼ਹੂਰ ਚੈਨਲ ਪੀਟੀਸੀ ਤੇ ਜਿਹੜਾ ਕਾਫੀ ਚਰਚਾ ਦਾ ਵਿਸ਼ਾ ਵੀ ਹੋਇਆ ਸੀ, ਤੁਸੀਂ ਵੀ ਦੇਖਿਆ ਹੋਣਾ, ਔਰ ਬਾਅਦ ਵਿੱਚ ਉਹਨਾਂ ਨੇ ਜਾ ਕੇ ਇਸ ਗੱਲ ਤੋਂ ਮਾਫੀ ਵੀ ਮੰਗੀ ਸੀ। ਪਰ ਅੱਜ ਵੀ ਜਿਹੜਾ ਇਸ ਕਮਿਊਨਿਟੀ ਦੇ ਮਨ ਦੇ ਵਿੱਚ, ਖਾਸ ਕਰਕੇ ਦਲਿਤਾਂ ਦੇ ਮਨ ਦੇ ਵਿੱਚ ਬਹੁਤ ਬੀਜੇਪੀ ਦੇ ਪ੍ਰਤੀ ਰੋਸ ਹੈ ਕਿ ਇਹੋ ਜਿਹੇ ਬਿਆਨ ਦੇਣ ਵਾਲੇ ਵਿਅਕਤੀ ਨੂੰ ਸਟੇਟ ਦਾ ਪ੍ਰਧਾਨ ਲਗਾਇਆ ਗਿਆ, ਜਿਹੜਾ ਇੱਕ ਇਹ ਕਹਿ ਲਓ ਕਿ ਦੁਬਾਰਾ ਜਿਹੜਾ ਉਹ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ। ਦਲਿਤ ਕਮਿਊਨਿਟੀ ਦੀਆਂ ਜਿਹੜੀਆਂ ਇਹ ਰੱਖਦੀਆਂ, ਵਿਸ਼ਵਾਸ ਰੱਖਦੀਆਂ ਕਿ ਜਿਹੜਾ ਆਪਣੇ ਸੁਨੀਲ ਜਾਖੜ ਜੀ ਆ, ਉਹ ਇੱਕ ਮਾੜੀ ਮਾਨਸਿਕਤਾ ਵਾਲੇ ਇਨਸਾਨ ਹੈ ਜਿਨ੍ਹਾਂ ਨੂੰ ਸਟੇਟ ਦੇ ਹੈੱਡ ਲਗਾਇਆ ਗਿਆ। ਦੂਜੀ ਗੱਲ ਦੇਖੋ, ਸ਼੍ਰੋਮਣੀ ਅਕਾਲੀ ਦਲ ਦੀ ਜਿਹੜਾ ਬੀਐਸਪੀ ਦੇ ਨਾਲ ਉਹ ਐਕਸਪੈਰੀਮੈਂਟ ਕਰ ਚੁੱਕੇ ਆ। ਪਿਛਲੇ ਪਾਰਲੀਮੈਂਟ ਚੋਣਾਂ ਜਿਹੜੀਆਂ ਹੁਣੇ ਜਿਹੜੀ ਜਿਮਨੀ ਚੋਣ ਹੋਈ ਹੈ ਜਲੰਧਰ ਦੀ, ਮੇਰਾ ਖਿਆਲ ਇਹਨਾਂ ਨੂੰ ਬਸਪਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ 1,58,000 ਵੋਟ ਪਏ। ਔਰ ਜੇ ਆਪਾਂ ਪਿੱਛੇ ਚੱਲ ਜਾਈਏ ਜਨਰਲ ਇਲੈਕਸ਼ਨ ਦੇ ਵਿੱਚ, ਉਦੋਂ ਬਸਪਾ ਨੇ ਛੋਟੇ-ਮੋਟੇ ਦਲਾਂ ਦੇ ਨਾਲ ਮਿਲ ਕੇ ਇਲੈਕਸ਼ਨ ਲੜੀ ਸੀ, ਉਦੋਂ 2,06,000 ਦੇ ਕਰੀਬ ਪਾਰਲੀਮੈਂਟ ਦੇ ਵਿੱਚ ਵੋਟ ਜਿਹੜੀ ਆ ਬੀਐਸਪੀ ਦੇ ਕੈਂਡੀਡੇਟ ਨੂੰ ਪਈ ਸੀ। ਅੱਜ ਦੋਵੇਂ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ, ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ, ਵੋਟ ਕਿੰਨੀ ਲੈ ਕੇ ਜਾਂਦੀਆਂ? 1,58,000 ਦੇ ਕਰੀਬ, ਔਰ ਮਾਈਨਸ ਵੋਟ ਕਿੰਨੀ ਹੁੰਦੀ ਆ? 40,000 ਦੇ ਕਰੀਬ। ਔਰ ਤੁਸੀਂ ਇੱਥੋਂ ਅੰਦਾਜ਼ਾ ਲਗਾ ਲਓ ਕਿ ਦੋ ਪਾਰਟੀਆਂ ਮਿਲ ਕੇ ਵੀ 2 ਲੱਖ ਦੇ ਨੇੜੇ ਤੇੜੇ ਨਹੀਂ ਪਹੁੰਚ ਸਕੀਆਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਵੋਟ ਪਿਆ ਸੀ ਉਹ ਵੀ ਮੰਨ ਕੇ ਚੱਲੋ ਬਸਪਾ ਦਾ ਪਿਆ ਸੀ। ਸ਼੍ਰੋਮਣੀ ਅਕਾਲੀ ਸੁਖਬੀਰ ਜੀ, ਭਾਜਪਾ ਦਾ ਜਿਹੜਾ ਬੇਸ ਹੈ, ਆਧਾਰ ਹੈ, ਉਹਦੇ ਦੀ ਗੱਲ ਵੀ ਕੀਤੀ ਜਾ ਰਹੀ ਹੈ ਕਿ ਭਾਜਪਾ ਅਕਸਰ ਕਹਿੰਦੀ ਹੈ ਕਿ ਜਿਹੜੀ ਸਟੇਟ 'ਚ ਅਸੀਂ ਜਾਵਾਂਗੇ ਡਬਲ ਇੰਜਨ ਵਾਲੀ ਸਰਕਾਰ ਹੀ ਕੰਮ ਕਰੇਗੀ ਸੂਬੇ ਅੰਦਰ। ਦੇਖੋ, ਇਹ ਜੋ ਕਹਿਣ ਨੂੰ ਜੋ ਮਰਜ਼ੀ ਕਹਿ ਲੈਣ, ਕਿਸਾਨੀ ਅੰਦੋਲਨ ਹਜੇ ਭੁੱਲੇ ਨਹੀਂ ਲੋਕ। ਕਿਸਾਨੀ ਅੰਦੋਲਨ ਜਿਹੜਾ ਹਜੇ ਵੀ ਲੋਕਾਂ ਦੇ ਮਨਾਂ ਦੇ ਵਿੱਚ, ਉਹ ਜਿਹੜੇ ਆਪਣੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਏ ਸੀ ਜਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਕਿਸਾਨ, ਹਜੇ ਵੀ ਰੋਸ ਹੈ। ਔਰ ਜਿਹੜਾ ਯੂਸੀਸੀ ਦਾ ਜਿਹੜਾ ਨਵਾਂ ਜਿਹੜਾ ਇੱਕ ਬਿੱਲ ਲੈ ਕੇ ਆ ਰਹੇ ਆ, ਕਾਨੂੰਨ ਬਣਾਉਣ ਜਾ ਰਹੇ ਆ, ਉਹਦੇ ਕਰਕੇ ਵੀ ਜਿਹੜਾ ਕੱਲ ਤਾਂ ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰ ਰਿਹਾ ਸੀ, ਅੱਜ ਸਮਝੌਤੇ ਦੀ ਗੱਲ ਕਿਵੇਂ ਹੋ ਸਕਦੀ ਹੈ? ਔਰ ਮੈਂ ਦੂਸਰੀ ਗੱਲ ਦੱਸਣਾ ਚਾਹੁੰਦਾ ਤੁਹਾਨੂੰ, ਸੁਣਿਓ ਗੱਲ ਇੱਕ ਮਿੰਟ, ਕਿ ਜਦੋਂ ਬੰਦਾ ਕਮਜ਼ੋਰ ਹੋਵੇ ਨਾ, ਉਹ ਕਦੀ ਫਿਰ ਕੋਬਾਲਟ ਐਕਸਪੋਰਟ ਲੈਂਦਾ, ਕਦੀ ਉਹ ਬੀਕਾਸੋਲ ਲੈਂਦਾ, ਫਿਰ ਜਦੋਂ ਉਹ ਦੇਖਦਾ ਵੀ ਹੁਣ ਕਮਜ਼ੋਰੀ ਦੂਰ ਨਹੀਂ ਹੋਈ, ਫਿਰ ਡੈਕਾਡਿਊਰਾਬਲਿਨ ਜਾਂ ਇਦਾਂ ਦੇ ਇੰਜੈਕਸ਼ਨ ਜਿਹੜੇ ਤਾਕਤ ਵਾਲੇ ਲੈਂਦਾ। ਪਰ ਅਸਰ ਜਿਹੜਾ ਆ ਉਹ ਤਾਂ ਹੁੰਦਾ ਜੇ ਆਪਣੇ ਵਿੱਚ, ਸਰੀਰ ਦੇ ਵਿੱਚ ਕੁਝ ਜਾਨ ਵੀ ਹੋਵੇ। ਓਕੇ, ਥੈਂਕ ਯੂ ਵੈਰੀ ਮਚ ਸੁਖਬੀਰ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ, ਥੈਂਕ ਯੂ ਵੈਰੀ ਮਚ। ਅਮਰਿੰਦਰ ਜੀ, ਇਸੇ ਮਾਮਲੇ ਦੇ ਉੱਤੇ ਸਵਾਲ ਤੁਹਾਡੇ ਕੋਲੋਂ, ਜਦੋਂ ਗੱਲ ਤੁਰਦੀ ਆ ਅਕਾਲੀ ਦਲ ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਲੈ ਕੇ, ਅਧਿਕਾਰਤ ਤੌਰ 'ਤੇ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਕੋਈ ਇਹੋ ਜਿਹੀ ਸਹਿਮਤੀ ਨਹੀਂ ਹੈ, ਪਰ ਇਹ ਵੀ ਨਹੀਂ ਹੈ ਕਿ ਅਸਹਿਮਤੀ ਹੈ। ਕੋਈ ਮਾਹੌਲ ਇਸ ਤਰ੍ਹਾਂ ਦਾ ਬਣ ਰਿਹਾ, ਜੇ ਸਥਿਤੀ ਬਣਦੀ ਹੈ ਕਿ ਲੱਗਦਾ ਹੈ ਕਿ ਕਾਂਗਰਸ ਦਾ ਇੱਕ ਆਪਣੀ ਜਗ੍ਹਾ 'ਤੇ ਦਾਅਵਾ ਹੈ, ਪਰ ਅਕਾਲੀ ਦਲ ਤੇ ਭਾਜਪਾ ਮੁੜ ਕੇ ਪੰਜਾਬ 'ਚ ਮਜ਼ਬੂਤ ਗੱਠਜੋੜ ਦੇ ਤੌਰ 'ਤੇ ਉੱਭਰਨਗੇ ਜਿੱਦਾਂ ਪਿਛਲੇ ਸਮੇਂ 'ਚ ਰਹੇ ਹੈ। ਦੇਖੋ ਸਿੱਧੂ ਸਾਹਿਬ, ਜਿੱਥੇ ਤੱਕ ਗੱਲ ਹੈਗੀ ਹੈ ਭਾਜਪਾ ਤੇ ਅਕਾਲੀ ਦਲ ਦੇ ਗੱਠਜੋੜ ਦੀ, ਉਹ ਤਾਂ ਮੈਂ ਸਮਝਦਾ ਕਿ ਬਈ ਦੋਨੋਂ ਪਾਰਟੀਆਂ ਦੇ ਜਿਹੜੀ ਲੀਡਰਸ਼ਿਪ ਹੈਗੀ ਹੈ ਉਹ ਗਾਹੇ ਬਗਾਹੇ ਐਲਾਨ ਕਰਦੀ ਰਹਿੰਦੀ ਹੈ ਕਿ ਸਾਡਾ ਤਾਂ 9 ਮਾਸ ਦਾ ਰਿਸ਼ਤਾ ਹੈ, ਸਾਡਾ ਭੈਣ ਭਰਾਵਾਂ ਵਾਲਾ ਰਿਸ਼ਤਾ ਹੈ, ਸਾਡਾ ਸਕੇ ਭਰਾਵਾਂ ਵਾਲਾ ਰਿਸ਼ਤਾ ਹੈ, ਕਈ ਕਿਸਮ ਦੇ ਰਿਸ਼ਤੇ ਉਹ ਦੱਸਦੇ ਰਹਿੰਦੇ ਹੈ। ਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜਾ ਉਹਨਾਂ ਦਾ ਤੋੜ ਵਿਛੋੜਾ ਵੀ ਹੁੰਦਾ ਉਹ ਸਿਰਫ ਪੰਜਾਬ ਦੀ ਜਨਤਾ ਨੂੰ ਠੱਗਣ ਲਈ ਹੁੰਦਾ ਹੈ ਕਿ ਵੋਟਾਂ ਆਪਾਂ ਕਿੱਦਾਂ ਮੈਕਸਿਮਮ ਲੈ ਸਕਦੇ ਹਾਂ। ਜੇਕਰ ਜੁਆਇੰਟ ਦੋਨਾਂ ਦੇ ਗੱਠਜੋੜ 'ਚ ਵੋਟ ਨਹੀਂ ਮਿਲ ਰਹੀ ਤੇ ਅਲੱਗ-ਅਲੱਗ ਹੋ ਕੇ ਵੋਟ ਲੈ ਕੇ ਦੇਖ ਲਈਏ, ਤੇ ਜੇ ਉੱਥੇ ਵੀ ਨਹੀਂ ਮਿਲ ਰਹੀ ਤਾਂ ਫਿਰ ਦੁਬਾਰਾ ਗੱਠਜੋੜ ਕਰਨ ਦੀਆਂ ਗੱਲਾਂ ਚੱਲ ਰਹੀਆਂ ਤੇ ਇਹ ਕੈਲਕੂਲੇਸ਼ਨਾਂ ਕਰਨਗੇ। ਸਾਂਪਲਾ ਸਾਹਿਬ ਜਿਹੜੇ ਪ੍ਰਧਾਨ ਹੈਗੇ ਬੀਜੇਪੀ ਦੇ, ਉਹਨਾਂ ਨੇ ਤਾਂ ਦੇਖੋ ਕਲੀਅਰ ਹੀ ਕਹਿ ਦਿੱਤਾ ਕਿ ਇਹ ਤਾਂ ਸਾਡੀ ਤਾਂ ਪਾਰਲੀਮੈਂਟਰੀ ਬੋਰਡ ਹੈਗਾ, ਉਹੀ ਡਿਸਾਈਡ ਕਰੇਗਾ, ਪੰਜਾਬ ਦਾ ਜਿਹੜਾ ਸਾਡਾ ਲੀਡਰਸ਼ਿਪ ਹੈਗੀ ਉਹਦਾ ਇਹਦੇ 'ਚ ਕੋਈ ਰੋਲ ਨਹੀਂ ਹੈ। ਤੇ ਇਹ ਗੱਲ ਹਕੀਕਤ ਵੀ ਇਹੀ ਗੱਲ ਹੈਗੀ ਹੈ। ਤੇ ਦੂਸਰੀ ਗੱਲ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਰੀ ਪਾਰਟੀਆਂ ਦੇ ਵਿੱਚ ਹੀ ਜਿਹੜੀ ਲੀਡਰਸ਼ਿਪ ਹੈਗੀ ਹੈ ਉਹ ਮਤਲਬ ਆਈਡੀਓਲੋਜੀ ਵਾਲੀ ਕਿੱਥੇ ਗੱਲ ਗਈ।
ਕਿੱਥੇ ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ, ਕਿੱਥੇ ਭਾਰਤੀ ਜਨਤਾ ਪਾਰਟੀ ਦਾ ਕੈਡਰ, ਉਹ ਜਿਹੜੀ ਕਲੇਮ ਕਰਦੀ ਹੈ ਸਾਡੀ ਕੈਡਰ ਬੇਸਡ ਪਾਰਟੀ ਹੈ, ਕਿੱਥੇ ਗਏ ਉਹ ਨਾਰੰਗ ਸਾਹਿਬ ਜਿਨ੍ਹਾਂ ਦੇ ਕੱਪੜੇ ਪਾੜਤੇ ਸੀ ਜਾਖੜ ਸਾਹਿਬ ਦੇ ਹਲਕੇ ਦੇ ਵਿੱਚ ਇਲੈਕਸ਼ਨਾਂ ਦੇ ਦੌਰਾਨ। ਲੋਕਾਂ ਨੇ ਕਿਸਾਨ ਮੂਵਮੈਂਟ ਦੇ ਵਿੱਚ ਉਹਨਾਂ ਨੂੰ ਬਿਲਕੁਲ ਅਲਫ ਨੰਗਾ ਕਰ ਦਿੱਤਾ ਗਿਆ ਸੀਗਾ ਕਿ ਬਈ ਤੁਸੀਂ ਸਾਡੇ ਆ ਕਿਵੇਂ ਗਏ। ਉਹ ਜਿਹੜੇ ਕੈਡਰ ਹੈਗਾ ਜਿਹੜਾ ਬੀਜੇਪੀ ਦਾ, ਉਹ ਕੀ ਸੋਚ ਰਿਹਾ ਹੋਏਗਾ ਅੱਜ ਕਿ ਸਾਡਾ ਤਾਂ ਪ੍ਰਧਾਨ ਬਣਾਤਾ ਜੀ ਜਾਖੜ ਸਾਹਿਬ ਨੂੰ, ਹੁਣ ਅਸੀਂ ਜਾਖੜ ਸਾਹਿਬ ਦੇ ਬਸਤੇ ਚੱਕਾਂਗੇ ਜਿਹੜੇ ਕਿ ਇਲੈਕਸ਼ਨਾਂ ਦੇ ਵਿੱਚ ਦੂਜੇ ਪਾਸੇ ਖੜੇ ਸੀ ਸਾਡੇ। ਸੋ ਐਸੇ ਹਾਲਾਤਾਂ ਦੇ ਵਿੱਚ ਮਤਲਬ ਬੜੀ ਤਰਾਸਦੀ ਹੈ ਪੰਜਾਬ ਦੀ ਕਿ ਕੋਈ ਕੈਡਰ ਕੂਡਰ ਕੁਛ ਨਹੀਂ ਹੈ, ਸਭ ਸ਼ੋਸ਼ੇਬਾਜ਼ੀ ਹੈ। ਸਿਰਫ ਇੱਕੋ ਹੀ ਇੱਕ ਟੀਚਾ ਕਿ ਕੁਰਸੀ ਕਿਵੇਂ ਹਥਿਆਣੀ ਹੈ ਤੇ ਉਸ ਕੁਰਸੀ ਤੇ ਬਹਿ ਕੇ ਆਪਾਂ ਨੇ ਮਾਲ ਕਿਵੇਂ ਇਕੱਠਾ ਕਰਨਾ, ਆਪਣੀਆਂ ਆਉਣ ਵਾਲੀ ਜਨਰੇਸ਼ਨਾਂ ਲਈ ਪੰਜਾਬ ਨੂੰ ਲੁੱਟਣਾ ਕਿਵੇਂ ਹੈ, ਇਹੀ ਟੀਚਾ ਸਾਡਾ ਰਹਿ ਗਿਆ। ਤੇ ਨਵਜੋਤ ਸਿੱਧੂ ਨੂੰ ਦੇਖ ਲਓ, ਸਾਰੀ ਉਮਰ ਉਹ ਭਾਰਤੀ ਜਨਤਾ ਪਾਰਟੀ 'ਚ ਰਿਹਾ ਤੇ ਅੱਜ ਉਹ ਕਾਂਗਰਸ ਦਾ ਸਟਾਰ ਕੰਪੇਨਰ ਬਣਿਆ ਹੋਇਆ। ਕੈਪਟਨ ਸਾਹਿਬ ਨੂੰ ਦੇਖ ਲਓ, ਉਹ ਬੀਜੇਪੀ ਦੇ ਸਟਾਰ ਕੰਪੇਨਰ ਹੈ। ਮਤਲਬ ਕਿ ਸਿਰਫ ਪਾਵਰ ਗ੍ਰੈਬ ਕਰਨਾ ਹੀ ਸਾਡਾ ਟੀਚਾ ਰਹਿ ਗਿਆ। ਤੇ ਜੇ ਆਪਾਂ ਪ੍ਰਤਾਪ ਬਾਜਵੇ ਨੂੰ ਦੇਖੀਏ ਤਾਂ ਉਹਦਾ ਛੋਟਾ ਭਰਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਚਲਾ ਗਿਆ, ਅਜੇ ਵੀ ਹੈਗੇ ਇਕੱਠੇ ਹੀ ਆ, ਇੱਕੋ ਘਰ 'ਚ ਰਹਿ ਰਹੇ ਆ, ਇੱਕ ਨੇ ਝੰਡਾ ਉਹ ਲਾਇਆ, ਇੱਕ ਨੇ ਉਹ ਲਾਇਆ। ਮਤਲਬ ਪੰਜਾਬ ਦੀ ਜਨਤਾ ਨੂੰ ਆਖਰ ਸਮਝਿਆ ਕੀ ਹੈ ਇਹਨਾਂ ਨੇ? ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਵੀ ਇੰਨੇ ਪੰਜਾਬ ਦੀ ਜਨਤਾ ਨੂੰ ਇਹਨਾਂ ਨੇ ਟਿੱਚ ਜਾਣ ਲਿਆ ਸਾਰੀ ਪਾਰਟੀਆਂ ਨੇ, ਤੇ ਅੱਕ ਕੇ ਜਨਤਾ ਨੇ ਜਿਹੜੇ ਵੋਟ ਹੈਗੀ ਹੈ ਇਹਨਾਂ ਨੂੰ ਸਾਰਿਆਂ ਨੂੰ ਪਿੱਠ ਕਰਕੇ ਆਮ ਆਦਮੀ ਪਾਰਟੀ ਨੂੰ ਦੇਤੀ ਹੈ। ਸੋ ਇਸ ਤਰਾਸਦੀ ਨੂੰ ਜਦ ਤੱਕ ਇਹ ਨਹੀਂ ਸਮਝਣਗੇ, ਆਪਣੇ ਪੈਰਾਂ ਤੇ ਨਹੀਂ ਖੜਨਗੇ, ਪੰਜਾਬ ਦੀ ਜਨਤਾ ਇਹਨਾਂ 'ਚੋਂ ਕਿਸੇ ਨੂੰ ਮੂੰਹ ਨਹੀਂ ਲਾਉਣ ਵਾਲੀ। ਸੋ ਮੇਰੀ ਬੇਨਤੀ ਇਹਨਾਂ ਨੂੰ ਇਹ ਹੈ ਕਿ ਜਿਹੜੀਆਂ ਗੱਲਾਂ ਤੁਸੀਂ ਕਲੇਮ ਕਰਦੇ ਹੋ, ਜਿਹੜੇ ਤੁਸੀਂ ਏਜੰਡੇ ਦਿੰਦੇ ਹੋ ਕਿ ਸਾਡੀ ਤਾਂ ਜੀ ਕੈਡਰ ਬੇਸਡ ਪਾਰਟੀ ਹੈ, ਸਾਡੀ ਆਈਡੀਓਲੋਜੀ ਆ, ਕਿੱਥੇ ਗਈ ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ? ਕਿੱਥੇ ਗਿਆ ਉਹਨਾਂ ਦਾ ਕੈਡਰ ਜਦੋਂ ਉਹਨਾਂ ਨੇ ਸੁਨੀਲ ਜਾਖੜ ਨੂੰ ਲਾਤਾ? ਇਹੀ ਹਾਲ ਅਕਾਲੀ ਦਲ ਦਾ ਹੈਗਾ। ਕਿੱਥੇ ਗਿਆ ਪੰਥਕ ਕੈਡਰ ਅਕਾਲੀ ਦਲ ਦਾ? ਉਹਨਾਂ ਨੇ ਤਾਂ ਬੰਦੇ ਹੀ ਹੋਰ ਚੁਣ ਲਏ, ਉਹ ਤਾਂ ਸਰਸੇ ਸਾਧ ਨਾਲ ਜਾਰੀਆਂ ਪਾਉਣ ਲੱਗ ਗਏ ਜਿਨ੍ਹਾਂ ਦੇ ਖਿਲਾਫ ਹੁਕਮਨਾਮੇ ਹੈ। ਇਹੀ ਹਾਲ ਕਾਂਗਰਸ ਦਾ ਤੇ ਇਹੀ ਕੁਝ ਸਾਨੂੰ ਥੋੜ੍ਹੇ ਦਿਨਾਂ ਦੇ ਵਿੱਚ ਆਮ ਆਦਮੀ ਨੂੰ ਦੇਖਣ ਨੂੰ ਮਿਲੇਗਾ। ਸੋ ਪੰਜਾਬ ਜਿਹੜਾ ਹੈਗਾ ਬੜਾ ਰਿਸੀਵਿੰਗ ਐਂਡ ਤੇ ਹੈ, ਪੰਜਾਬ ਦੀ ਜਨਤਾ ਦਾ ਬੜਾ ਵੱਡਾ ਸ਼ੋਸ਼ਣ ਕੀਤਾ ਜਾ ਰਿਹਾ ਤੇ ਮੰਦਭਾਗੀ ਗੱਲ ਹੈ। ਥੈਂਕ ਯੂ ਵੈਰੀ ਮਚ। ਸਮਝ ਲਈ ਵੱਡਾ ਸਵਾਲ ਜਿਹੜਾ ਹੈਗਾ ਸੁਨੀਲ ਜਾਖੜ ਦੇ ਉੱਤੇ ਮਾਮਲਾ ਕਾਂਗਰਸ ਵੱਲੋਂ ਵੀ ਉਠਾਇਆ ਜਾ ਰਿਹਾ ਹੈ ਕਿ ਦਲਿਤ ਵਿਰੋਧੀ ਚਿਹਰਾ, ਇਹੋ ਜਿਹੀ ਸ਼ਬਦਾਵਲੀ ਵਰਤੀ ਗਈ ਹੈ ਜਿਹੜੀ ਸ਼ਬਦਾਵਲੀ ਬਿਲਕੁਲ ਨਿੰਦਣਯੋਗ ਹੈ। ਉਹ ਕਹਿੰਦੇ ਕਿ ਕਦੇ ਵੀ ਇਹੋ ਜਿਹੀ ਗੱਲ ਪਹਿਲਾਂ ਕਦੇ ਵਾਪਰੀ ਨਹੀਂ, ਇਸ ਤਰੀਕੇ ਨਾਲ ਇੱਕ ਪੂਰੇ ਭਾਈਚਾਰੇ ਗੱਲ ਕਹੀ ਗਈ ਹੈ। ਦੂਜੀ ਗੱਲ, ਜਿੱਦਾਂ ਅਮਰਿੰਦਰ ਜੀ ਕਹਿ ਰਹੇ ਕਿ ਕੀ ਜਿਹੜੀਆਂ ਹੈਗੀਆਂ ਰਾਜਸੀ ਧਿਰਾਂ ਸੱਤਾ ਹਾਸਲ ਕਰ ਲਈ ਸਿਧਾਂਤਹੀਣ ਹੋ ਗਈਆਂ, ਕੋਈ ਸਿਧਾਂਤ ਨਹੀਂ। ਜਿਹੜੇ ਨੇਤਾ ਸਾਰੀ ਉਮਰ ਕਾਂਗਰਸ ਦੀ ਸੇਵਾ ਕਰਦੇ ਰਹੇ, ਹੁਣ ਉਹ ਭਾਜਪਾ ਦੇ ਆਗੂ ਬਣ ਕੇ ਅੱਗੇ ਚੱਲ ਪਏ ਹੈ ਤੇ ਭਾਜਪਾ ਦੇ ਅੰਦਰ ਵੀ ਉਹਨਾਂ ਮੁੱਦਿਆਂ ਦੇ ਉੱਤੇ ਵਿਰੋਧ ਹੈ। ਤਾਂ ਕਿਸ ਤਰ੍ਹਾਂ ਦੀ ਲੀਡਰਸ਼ਿਪ ਅੱਗੇ ਸਾਹਮਣੇ ਆਏਗੀ? ਗੱਠਜੋੜ ਦੀਆਂ ਗੱਲਾਂ ਤਾਂ ਬਾਅਦ ਦੀਆਂ ਹੁੰਦੀਆਂ। ਜੀ ਸੰਪਲਾ ਜੀ ਸਿੱਧੂ ਸਾਹਿਬ, ਜਾਖੜ ਸਾਹਿਬ ਨੂੰ ਪੰਜਾਬ ਪ੍ਰਧਾਨ ਜਿਹੜਾ ਬਣਾਇਆ ਉਹਦੇ ਤੇ ਆਪਣੇ ਵਿਚਾਰ ਦੇ ਰਹੇ ਸੀਗੇ। ਦੇਖੋ, ਕੋਈ ਵੀ ਵਿਅਕਤੀ ਜਿਹੜਾ ਆ ਉਹ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਜਾਂ ਉਹਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਜਾਂ ਉਸ ਵਿਚਾਰਧਾਰਾ ਦੇ ਨਾਲ ਆਪਣੀ ਵਿਚਾਰਧਾਰਾ ਨੂੰ ਮਿਲਦਾ ਹੋਇਆ ਸਮਝਦਾ ਆ, ਅਸੀਂ ਉਹਨਾਂ ਨੂੰ ਹਮੇਸ਼ਾ ਤੋਂ ਜੀ ਆਇਆਂ ਆਖਦੇ ਆ। ਕੋਈ ਵੀ ਹੋਵੇ, ਸਾਬਕਾ ਐਜੀਪੀਸੀ ਮੈਂਬਰ ਬੈਠੇ ਆ, ਕੁਝ ਸਮੇਂ ਬਾਅਦ ਜੇ ਇਹਨਾਂ ਨੂੰ ਵੀ ਲੱਗੇ ਕਿ ਮੇਰੀ ਵਿਚਾਰਧਾਰਾ ਮਿਲਦੀ ਉਹਨਾਂ ਨੂੰ, ਤੇ ਇਹਨਾਂ ਨੂੰ ਵੀ ਜੀ ਆਇਆਂ, ਇਹ ਵੀ ਆ ਸਕਦੇ ਨੇ। ਕਿਸੇ ਲਈ ਰਾਸਤੇ ਬੰਦ ਨਹੀਂ ਨੇ। ਦੇਸ਼ ਦੀ ਤਰੱਕੀ ਲਈ, ਪੰਜਾਬ ਦੀ ਤਰੱਕੀ ਲਈ ਕਿਸੇ ਵੀ ਨਿਰਣਾ, ਕਿਸੇ ਵੀ ਵਿਅਕਤੀ ਨੂੰ ਜੇ ਲੱਗਦਾ ਉਹ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨਾਲ ਜੁੜ ਕੇ ਇਸ ਲਹਿਰ ਨੂੰ, ਇਸ ਜਿਹੜੀ ਆ ਤਰੱਕੀ ਦੀ ਲਹਿਰ ਨੂੰ, ਅੱਗੇ ਦੇਸ਼ ਦੀ ਤਰੱਕੀ ਨੂੰ, ਪੰਜਾਬ ਦੀ ਤਰੱਕੀ ਦੇ ਵਿੱਚ ਆਪਣਾ ਹਿੱਸਾ ਪਾ ਸਕਦਾ, ਤੇ ਕਿਉਂ ਨਹੀਂ? ਸਿਰਫ ਇਸ ਕਰਕੇ ਕਿ ਉਹ ਕੱਲ ਕਿਸੇ ਹੋਰ ਪਾਰਟੀ ਦਾ ਵਿਅਕਤੀ ਸੀ ਤੇ ਅੱਜ ਉਹ ਸਾਡੀ ਪਾਰਟੀ 'ਚ ਆ ਗਿਆ ਤੇ ਉੱਥੇ ਚੰਗਾ ਸੀ, ਜਾਂ ਇੱਥੇ ਬੁਰਾ ਹੋ ਗਿਆ, ਜਾਂ ਉੱਥੇ ਬੁਰਾ ਸੀ ਤਾਂ ਇੱਥੇ ਚੰਗਾ ਹੋ ਗਿਆ, ਏਦਾਂ ਦੀ ਗੱਲ ਨਹੀਂ। ਵਿਚਾਰਧਾਰਾ ਪਾਰਟੀ ਸਾਡੀ ਕੈਡਰ ਬੇਸ ਪਾਰਟੀ ਪਹਿਲਾਂ ਵੀ ਸੀ, ਸਾਡੀ ਪਾਰਟੀ ਅੱਜ ਵੀ ਕੈਡਰ ਬੇਸ ਹੀ ਹੈ। ਸੰਪਲਾ ਜੀ, ਇੱਕ ਆਈ ਐਮ ਸੌਰੀ ਵਿੱਚੋਂ ਥੋੜਾ ਟੋਕਣ ਲੱਗਾ ਤੁਹਾਨੂੰ। ਅਮਰਿੰਦਰ ਜੀ ਇਹ ਵੀ ਕਹਿ ਰਿਹਾ ਹੈ ਕਿ ਕਿਉਂਕਿ ਪਹਿਲਾਂ ਜਿਹੜੇ ਲੋਕ ਲਗਾਤਾਰ ਭਾਜਪਾ ਦੇ ਲਈ ਲੜਾਈਆਂ ਲੜਦੇ ਰਹੇ, ਆਪਣੇ ਕੱਪੜੇ ਪੜਵਾਉਂਦੇ ਰਹੇ ਹੈ, ਤੇ ਹੁਣ ਉਹ ਕਿਸ ਤਰ੍ਹਾਂ ਬਰਦਾਸ਼ਤ ਕਰਨਗੇ ਕਿ ਦੂਜੇ ਚਿਹਰੇ ਨੂੰ ਲਿਆ ਕੇ ਉਹਨਾਂ ਦਾ ਆਗੂ ਬਣਾ ਦਿੱਤਾ? ਕੁਝ ਇਹੋ ਜਿਹੇ ਸਵਾਲ ਵੀ ਪਾਰਟੀ ਦੇ ਅੰਦਰ ਵੀ ਹੈ। ਦੇਖੋ, ਏਦਾਂ ਨਹੀਂ ਹੁੰਦਾ। ਭਾਰਤੀ ਜਨਤਾ ਪਾਰਟੀ ਦੇ ਵਿੱਚ ਹਮੇਸ਼ਾ ਹੀ ਇਹ ਰਿਹਾ ਹੈ, ਕਿਉਂਕਿ ਲੋਕਤੰਤਰ ਰਿਹਾ ਹੈ, ਕਿ ਕਦੇ ਵੀ ਕਿਸੇ ਦਾ, ਇੱਕ ਵਿਅਕਤੀ ਦਾ ਇਸ ਦੇ ਉੱਪਰ ਕਬਜ਼ਾ ਨਹੀਂ ਹੋ ਸਕਦਾ। ਸਮੇਂ ਬਾਅਦ ਇੱਥੇ ਬਦਲਾਵ, ਚਾਹੇ ਉਹ ਰਾਸ਼ਟਰੀ ਅਧਿਕਸ਼ ਦੀ ਗੱਲ ਹੋਵੇ ਤੇ ਚਾਹੇ ਸੂਬੇ ਦੇ ਪ੍ਰਧਾਨ ਦੀ ਗੱਲ ਹੋਵੇ, ਦੋਨਾਂ ਥਾਂ ਚੇਂਜ ਹੋਣਾ ਆ। ਇਹ ਨਹੀਂ ਹੋ ਸਕਦਾ ਕਿ ਜਿਸ ਵਿਅਕਤੀ ਨੂੰ ਬਣਾਇਆ ਜਾਵੇ ਸਾਰੇ ਹੀ ਵਿਅਕਤੀਆਂ ਨੂੰ ਉਹ ਪਸੰਦ ਆਵੇ ਜਾਂ ਸਾਰੇ ਹੀ ਵਿਅਕਤੀਆਂ ਨੂੰ ਨਾ ਪਸੰਦ ਆਵੇ। ਇੱਕ ਦੋ ਛੋਟੀਆਂ ਮੋਟੀਆਂ ਨਾਰਾਜ਼ਗੀਆਂ ਹੋ ਵੀ ਸਕਦੀਆਂ ਕਿਸੇ ਦੀਆਂ, ਉਹ ਵੀ ਪਾਰਟੀ ਲੈਵਲ ਤੇ ਨਹੀਂ, ਉਹ ਪਰਸਨਲ ਲੈਵਲ ਤੇ ਨੇ, ਪਾਰਟੀ ਲੈਵਲ ਤੇ ਨਹੀਂ। ਉਹ ਕੁਝ ਪੁਰਾਣੇ ਲੈਵਲ ਜਿਹੜੀਆਂ ਉਹਨਾਂ ਦੀਆਂ ਪਰਸਨਲ ਰੋਕ ਤੇ ਤਲਖੀਆਂ ਹੋ ਸਕਦੀਆਂ ਨੇ। ਤੇ ਇੱਕ ਅੱਧੇ ਮੈਟਰ ਨੂੰ ਤੁਸੀਂ ਇਦਾਂ ਦੀ ਗੱਲ ਨੂੰ ਇਹ ਨਹੀਂ ਕਹਿ ਸਕਦੇ ਕਿ ਪੂਰੇ ਪੰਜਾਬ ਦਾ ਇਨਕੌਮ ਹੈ। ਸਾਡੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਰਕਰ ਹੈ, ਬੜਾ ਡਿਸਿਪਲਿਨ ਵਰਕਰ ਹੈ, ਔਰ ਇਸੇ ਕਰਕੇ ਚਾਹੇ ਅਸੀਂ ਆ ਚਾਹੇ ਕੋਈ ਆ,
ਮੇਰੇ ਖਿਆਲ ਨਾਲ ਜਦੋਂ ਜਾਖੜ ਸਾਹਿਬ ਬਣੇ ਨੇ, ਚਾਹੇ ਕੋਈ ਨਵਾਂ ਆ, ਕੋਈ ਪਾਰਟੀ ਦਾ ਵਰਕਰ ਜਾਂ ਪੁਰਾਣਾ ਆ, ਜਦੋਂ ਪਾਰਟੀ ਨੇ ਜਿਹਨੂੰ ਸੈਨਾਪਤੀ ਬਣਾਤਾ, ਜਿਹਦੇ ਹੱਥ ਕਮਾਨ ਫੜਾਤੀ, ਪਾਰਟੀ ਦਾ ਵਰਕਰ ਦਾ ਕੰਮ ਹੈ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ। ਔਰ ਭਾਰਤੀ ਜਨਤਾ ਪਾਰਟੀ ਦਾ ਹਰੇਕ ਵਰਕਰ ਜਿਹੜਾ ਆ ਉਹ ਬਿਲਕੁਲ ਉਹਨਾਂ ਤੋਂ ਵੀ ਇਹੀ ਆ। ਜੀ ਤੁਹਾਡਾ ਵਿਊ ਪੁਆਇੰਟ ਇਸ ਮੁੱਦੇ ਤੇ ਹੈ ਕਿ ਸਵਾਲ ਹੋਰ ਬੜਾ ਜੋ ਸਥਿਤੀ ਉੱਭਰ ਰਹੀ ਹੈ, ਉਸ ਸਥਿਤੀ ਦੇ ਵਿੱਚੋਂ ਮੈਂ ਸਵਾਲ ਲੈਣਾ ਚਾਹੁੰਦਾ, ਉਹ ਇਹ ਹੈ ਕਿ ਜਦੋਂ ਅਕਾਲੀ ਦਲ ਤੇ ਭਾਜਪਾ ਦੀ ਸਾਂਝ ਸੀ, ਲੰਬਾ ਸਮਾਂ ਸਾਂਝ ਰਹੀ ਹੈ, ਨਾ ਤਾਂ ਹੁਣ ਉਹ ਭਾਜਪਾ ਰਹੀ ਹੈ ਜੋ ਉਸ ਗੱਠਜੋੜ ਵੇਲੇ ਸੀ, ਤੇ ਅਕਾਲੀ ਦਲ ਬੇਸ਼ੱਕ ਕੋਈ ਹੋਏਗਾ, ਕਿਉਂਕਿ ਭਾਜਪਾ ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਇਹੋ ਜਿਹੇ ਚਿਹਰੇ ਆ ਗਏ। ਆਪਾਂ ਕੈਪਟਨ ਅਮਰਿੰਦਰ ਦੀ ਗੱਲ ਕਰ ਲਈਏ, ਬਲਬੀਰ ਸਿੱਧੂ ਦੀ ਗੱਲ ਕਰ ਲਈਏ, ਦੂਜਿਆਂ ਦੀ ਗੱਲ ਕਰ ਲਈਏ, ਜਿਨ੍ਹਾਂ ਦਾ ਲਗਾਤਾਰ ਅਕਾਲੀ ਦਲ ਨਾਲ ਟਕਰਾਅ ਵੀ ਰਿਹਾ, ਤੇ ਭਾਜਪਾ ਦੇ ਅੰਦਰ ਵੀ ਹੋ ਸਕਦਾ ਹੈ ਇਹੋ ਜਿਹਾ ਵਿਰੋਧ ਜਿਹੜਾ ਹੈਗਾ ਅਕਾਲੀ ਦਲ ਦੇ ਬਾਰੇ 'ਚ ਕੁਝ ਆਗੂਆਂ, ਜਿਵੇਂ ਤੁਸੀਂ ਕਹੇ ਡਿਸਪਲਿਨ ਵਾਲੀ ਪਾਰਟੀ ਹੈ। ਪਰ ਸਵਾਲ ਮੈਂ ਜਿਹੜਾ ਲੈਣਾ ਇਹ ਹੈ ਕਿ ਵੀ ਜੇ ਅਕਾਲੀ ਦਲ ਤੇ ਗੱਠਜੋੜ ਦੀ ਗੱਲ ਹੁੰਦੀ ਹੈ, ਕੀ ਲੱਗਦਾ ਹੈ ਕਿ ਜਿਹੜੀਆਂ ਅੰਦਰ ਬੈਠੀਆਂ ਧਿਰਾਂ ਪਹਿਲਾਂ ਹੀ ਜਿੱਦਾਂ ਹੁੰਦਾ ਨਾ ਕਿ ਬੱਸ ਜਾ ਕੇ ਸਵਾਰੀਆਂ ਸੀਟਾਂ ਮਾਰ ਲੈਂਦੀਆਂ, ਕੈਪਟਨ ਅਮਰਿੰਦਰ ਹੋਣੀ, ਬਲਬੀਰ ਸਿੱਧੂ ਹੋਣੀ, ਹੋਰ ਕਾਫੀ ਲਾਣਾ ਹੈਗਾ ਉਹਨਾਂ ਦੇ ਨਾਲ ਜਿਹੜਾ ਗਿਆ, ਕੀ ਲੱਗਦਾ ਹੈ ਕਿ ਅਕਾਲੀ ਦਲ ਦੇ ਆਉਣ ਦਾ ਵਿਰੋਧ ਵੀ ਕਰ ਸਕਦੇ ਆ ਉਹ, ਕਿਉਂਕਿ ਅਕਾਲੀ ਦਲ ਦੇ ਵਿਰੁੱਧ ਰਹੇ ਆ ਹਮੇਸ਼ਾ ਹੀ, ਤੇ ਹੁਣ ਉਹ ਆਪ ਕੰਫਰਟੇਬਲ ਪੋਜੀਸ਼ਨ 'ਚ ਬੈਠੇ ਆ ਭਾਜਪਾ ਦੇ ਅੰਦਰ, ਕਿਉਂਕਿ ਪ੍ਰਸਥਿਤੀਆਂ ਉਹ ਨਹੀਂ ਹੈ ਜਿਹੜੀਆਂ ਵਾਜਪਾਈ ਵੇਲੇ ਸੀ ਜਾਂ ਉਸ ਦੀਆਂ ਸੀ, ਹੁਣ ਨਵੀਆਂ ਪ੍ਰਸਥਿਤੀਆਂ ਇਸ ਵੇਲੇ ਭਾਜਪਾ ਦੇ ਅੰਦਰ ਵੀ। ਜੀ ਤੁਹਾਡੀ ਬਿਲਕੁਲ ਠੀਕ ਹੈ। ਜਦੋਂ ਤੁਸੀਂ ਵਾਜਪਾਈ ਸਾਹਿਬ ਦਾ ਨਾਮ ਲੈਂਦੇ ਆ ਤੇ ਫਿਰ ਨਾਲ ਪ੍ਰਸਥਿਤੀਆਂ ਦੇ ਨਾਲ ਫਿਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਵੀ ਨਾਲ, ਦੋਨੇ ਹੀ ਉਹ ਮਤਲਬ ਦਿਵਗਤ ਆਤਮਾਵਾਂ ਨਾ ਸਾਡੇ ਵਿੱਚ ਵਾਜਪਾਈ ਸਾਹਿਬ ਰਹੇ ਨੇ ਅੱਜ, ਤੇ ਨਾ ਹੀ ਪ੍ਰਕਾਸ਼ ਸਿੰਘ ਬਾਦਲ ਰਹੇ ਨੇ ਜੀ। ਠੀਕ ਹੈ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਨੇ, ਪਾਰਟੀ ਤੋਂ ਲੈਣ ਤੋਂ ਪਰਾਂ ਹਟ ਕੇ ਬਾਦਲ ਸਾਹਿਬ ਦਾ ਸਤਿਕਾਰ ਅਸੀਂ ਨਹੀਂ, ਸਾਰੇ ਪੰਜਾਬ ਦੇ ਜਿੰਨੀਆਂ ਪੋਲੀਟੀਕਲ ਪਾਰਟੀਆਂ ਸਾਰੇ ਸਤਿਕਾਰ ਕਰਦੀਆਂ ਸੀ। ਤੁਹਾਡੀ ਗੱਲ ਠੀਕ ਹੈ, ਉਹ ਦੌਰ ਇੱਕ ਹੋਰ ਸੀ, ਇੱਕ ਦੌਰ ਹੋਰ ਸੀ। ਅਕਾਲੀ ਦਲ ਨੇ ਤੈਅ ਕੀਤਾ ਕਿ ਅਸੀਂ ਬੀਜੇਪੀ ਦੇ ਨਾਲ ਗਠਬੰਧਨ ਨਹੀਂ ਕਰਨਾ ਜਾਂ ਅਸੀਂ ਇਸ ਗਠਬੰਧਨ 'ਚ ਹੋਰ ਨਹੀਂ ਰਹਿਣਾ, ਤੇ ਅਸੀਂ ਉਹਨਾਂ ਦੇ ਵੀ ਇਸ ਫੈਸਲੇ ਨੂੰ ਸਿਰ ਮੱਥੇ ਲਿਆ ਕਿ ਜੋ ਤੁਹਾਡੀ ਇੱਛਾ ਆ ਉਹ ਠੀਕ ਹੈ, ਤੁਹਾਨੂੰ ਨਹੀਂ ਲੱਗਦਾ ਸਾਡੇ ਨਾਲ ਚੱਲ ਸਕਦੀ ਨਹੀਂ। ਤੇ ਅੱਜ ਦੀ ਡੇਟ ਦੇ ਵਿੱਚ ਜੇ ਅਕਾਲੀ ਦਲ, ਮੈਨੂੰ ਤੇ ਮੀਡੀਆ ਦੀ ਖਬਰਾਂ ਤੋਂ ਪਤਾ ਲੱਗਦਾ, ਕਿਉਂਕਿ ਸਾਡੀ ਲੀਡਰਸ਼ਿਪ ਤਾਂ ਸਿਰੇ ਤੋਂ ਲੈ ਕੇ ਸਾਡੇ ਵਿਜੇ ਰੂਪਾਨੀ ਜੀ ਪੂਰਵ ਜਿਹੜੇ ਗੁਜਰਾਤ ਦੇ ਚੀਫ ਮਿਨਿਸਟਰ ਵੀ ਨੇ, ਪੰਜਾਬ ਬੀਜੇਪੀ ਦੇ ਪ੍ਰਭਾਰੀ ਨੇ, ਉਹਨੇ ਅੱਜ ਅੰਮ੍ਰਿਤਸਰ ਦੇ ਵਿੱਚ ਇਸ ਗੱਲ ਨੂੰ ਨਕਾਰਿਆ ਵੀ। ਸੋ ਸਾਡੀ ਲੀਡਰਸ਼ਿਪ ਤੋਂ ਇੱਕ ਲਾਈਨ ਤੇ ਇੱਕੋ ਹੀ ਜਵਾਬ ਹੈ ਕਿ ਅਸੀਂ ਇਸ ਦੇ ਉੱਪਰ ਵਿਚਾਰ ਨਹੀਂ ਕਰ ਰਹੇ। ਹਾਂ, ਅਕਾਲੀ ਦਲ ਵੱਲੋਂ ਖਬਰਾਂ ਆ ਰਹੀਆਂ ਕਿ ਅਕਾਲੀ ਦਲ ਦਾ ਇਹ ਤੇ ਵਿਚਾਰ ਚੱਲ ਰਿਹਾ, ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ, ਉਹ ਬਹੁਤ ਕਾਹਲੀ 'ਚ ਨੇ ਔਰ ਬਹੁਤ ਜਿਹੜੀਆਂ ਕਿ ਜਲਦ ਤੋਂ ਜਲਦ ਅਸੀਂ ਬੀਜੇਪੀ 'ਚ ਸ਼ਾਮਲ ਹੋ ਜਾਈਏ ਇਸ ਗਠਬੰਧਨ 'ਚ। ਜੀ ਪੁਲਿਸ ਸਾਹਿਬ ਸਾਂਪਲਾ ਜੀ ਕਹਿੰਦੇ ਕਿ ਸਾਡੀ ਪਾਰਟੀ ਵੱਲੋਂ ਤਾਂ ਇਹੋ ਜਿਹੀ ਕੋਈ ਗੱਲ ਨਹੀਂ, ਪਰ ਅਕਾਲੀ ਦਲ ਜ਼ਰੂਰ ਕਾਲਾ ਹੈਗਾ, ਚਾਹੇ ਕੋਰ ਕਮੇਟੀ ਦੀ ਮੀਟਿੰਗ ਕਰ ਲਈਏ, ਚਾਹੇ ਲੀਡਰਸ਼ਿਪ ਦੀ ਗੱਲ ਨੂੰ ਲੈ ਕੇ, ਕਿ ਉਹ ਚਾਹੁੰਦੇ ਵੀ ਛੇਤੀ ਤੋਂ ਛੇਤੀ ਗੱਠਜੋੜ ਗਠਬੰਧਨ ਹੋਣਾ ਚਾਹੀਦਾ। ਇੱਕ ਸਵਾਲ ਮੈਂ ਹੋਰ ਜਿਹੜਾ ਹੈਗਾ ਪੁਲਿਸ ਸਾਹਿਬ, ਤੁਸੀਂ ਬੜਾ ਲੰਬਾ ਤੁਹਾਡਾ ਪੋਲੀਟੀਕਲ ਕੈਰੀਅਰ ਹੈਗਾ, ਕਿ ਭਾਜਪਾ ਹੁਣ ਉਹ ਨਹੀਂ ਹੈ ਜੋ ਗੱਠਜੋੜ ਅਕਾਲੀ ਦਲ ਛੱਡ ਕੇ ਆਇਆ ਸੀ, ਕਾਫੀ ਕੁਝ ਬਦਲ ਗਿਆ। ਜਿੱਦਾਂ ਮੈਂ ਕਿਹਾ ਕੈਪਟਨ ਅਮਰਿੰਦਰ, ਹੋਰ ਲਾਣਾ ਬਾਣਾ, ਕਿੰਨਾ ਕੁਝ ਇਹੋ ਜਿਹਾ ਭਾਜਪਾ ਚਲਾ ਗਿਆ ਜਿਹੜਾ ਉਸ ਵੇਲੇ ਨਹੀਂ ਸੀ ਜਦੋਂ ਦੋਨਾਂ ਤਰ੍ਹਾਂ ਦਾ ਗੱਠਜੋੜ ਸੀ। ਤੇ ਇਹ ਵੀ ਕਹਿ ਰਿਹਾ ਭਾਜਪਾ ਦੇ ਬੁਲਾਰੇ ਕਿ ਵੀ ਇਹ ਕਾਲ ਅਕਾਲੀ ਦਲ ਨੂੰ ਵਧੇਰੇ ਨਜ਼ਰ ਆਉਂਦੀ ਹੈ। ਜੀ ਪੁੱਲਰ ਸਾਹਿਬ। ਦੇਖੋ ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈ ਕਿ ਸਾਂਪਲਾ ਸਾਹਿਬ ਦੀ ਗੱਲ ਤੇ ਮੈਨੂੰ ਹਾਸਾ ਆਉਂਦਾ ਹੈ ਕਿ ਇਹਨਾਂ ਦੇ ਆਪਣੇ ਡਿਫੈਂਸ ਮਿਨਿਸਟਰ ਚੰਡੀਗੜ੍ਹ ਆ ਕੇ ਤੇ ਪੂਰਾ ਲੈਕਚਰ ਜਿਹੜਾ ਇਸੇ ਗੱਲ ਦੇ ਉੱਤੇ ਦੇ ਕੇ ਜਾਂਦੇ ਆ ਕਿ ਸਾਡੀ ਸਾਂਝ ਸੀ, ਸਾਡੀ ਸਾਂਝ ਹੋਣੀ ਚਾਹੀਦੀ ਹੈ, ਇਕੱਠੇ ਅਸੀਂ ਇਲੈਕਸ਼ਨ ਲੜ ਕੇ ਜਿੱਤੀਆਂ ਨੇ, ਤੇ ਇਹ ਸਾਨੂੰ ਦੱਸਦੇ ਆ ਵੀ ਅਸੀਂ ਕਾਹਲੀ 'ਚ ਹਾਂ। ਕਾਹਲੀ ਦੇ ਵਿੱਚ ਤੇ ਇਹ ਲੋਕ ਹੋ ਸਕਦੇ ਆ ਕਿਉਂਕਿ ਇਹਨਾਂ ਨੂੰ ਅਗਲੇ ਜਿਹੜੀ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਨਜ਼ਰ ਆ ਰਿਹਾ ਵੀ ਅਸਰ ਕੀ ਹੋਣ ਵਾਲਾ ਹੈ। ਕਰਨਾਟਕਾ ਦੀ ਇਲੈਕਸ਼ਨ ਹਾਰ ਗਏ, ਅਗਲੀਆਂ 5 ਸਟੇਟਾਂ ਦੇ ਵਿੱਚ ਜੋ ਅਸਰ ਚੱਲ ਰਿਹਾ ਹੈ, ਜ਼ੋਰ ਤੋੜ ਤੋਂ ਸਿਵਾਏ ਇਹਨਾਂ ਦੇ ਕੋਲ ਕੁਝ ਨਹੀਂ ਹੈਗਾ। ਦੂਸਰੀ ਗੱਲ ਜਿਹੜੀ ਹੈ, ਸਾਡੀ ਅਗਰ ਕੋਰ ਕਮੇਟੀ ਦੀ ਇਲੈਕਸ਼ਨ ਆਪਣੀ ਮੀਟਿੰਗ ਹੋ ਰਹੀ ਹੈ ਜਾਂ ਸਾਡੀ ਸੁਖਬੀਰ ਬਾਦਲ ਜੀ ਪਾਰਟੀ ਦੀ ਮੀਟਿੰਗ ਲੈ ਰਹੇ ਨੇ, ਤੇ ਉਹ ਮੀਟਿੰਗ ਜਿਹੜੀ ਹੈ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਿਆ ਹਾਂ ਕਿ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨ ਉਹਨਾਂ ਬਾਰੇ ਹੋ ਰਹੀ ਹੈ ਜੀ। ਤੇ ਸਾਂਪਲਾ ਸਾਹਿਬ ਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਇਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ। ਇਹ ਮੀਟਿੰਗਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਿ ਉੱਥੇ ਗੱਠਜੋੜ ਦੀਆਂ ਗੱਲਾਂ ਕਰ ਰਹੇ ਹੋ ਜਾਂ ਤੁਸੀਂ ਆਪਣੀ ਕੋਈ ਕਮਜ਼ੋਰੀ ਪੇਸ਼ ਕਰ ਰਹੇ ਹੋ। ਇਹਨਾਂ ਨੂੰ ਇੰਨਾ ਭੁਲੇਖਾ ਆਪਣੇ ਦਿਲ ਚੋਂ ਕੱਢ ਦੇਣਾ ਕਿ ਇਹਨਾਂ ਦਾ ਜਿਹੜਾ ਕਾਂਗਰਸੀਕਰਨ ਕੀਤਾ ਇਹਨਾਂ ਨੇ ਆਪਣੀ ਪਾਰਟੀ ਦਾ, 15 ਸੈਕਟਰ ਦੇ ਕਾਂਗਰਸ ਭਵਨ ਤੋਂ ਹੈਲੀਕਾਪਟਰ ਉੱਡ ਕੇ ਜਿਹੜਾ 37 ਸੈਕਟਰ ਦੇ ਦਫ਼ਤਰ ਤੇ ਲਾਇਆ ਇਹਨਾਂ ਨੇ, ਉਹਦੇ ਨਾਲ ਵੀ 1% ਵੀ ਵੋਟ ਦਾ ਫਰਕ ਨਹੀਂ ਪਿਆ ਇਹਨਾਂ ਨੂੰ। ਜੋ ਭਾਰਤੀ ਜਨਤਾ ਪਾਰਟੀ ਨੂੰ ਪਹਿਲਾਂ ਵੋਟ ਪੈਂਦੀ ਸੀ ਉਹਨੀਆਂ ਪਈ ਹੈ, ਭਾਵੇਂ ਇਹਨਾਂ ਨੇ ਘਾਟ ਦੀ ਮਿੱਟੀ ਲਾ ਲਈ ਅਤੇ ਠੀਕਰੀਆਂ ਇਕੱਠੀਆਂ ਕਰ ਲਈਆਂ ਤੇ ਠੀਕਰੀਆਂ ਨੇ ਬਣਾਏ ਘੜੇ ਭਰੇ ਨਹੀਂ ਜਾ ਸਕਦੇ, ਉਹ ਨੀਤੀ ਕਰਦੇ ਹੁੰਦੇ ਆ। ਇਸ ਕਰਕੇ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਭਾਵੇਂ ਸਾਰੀ ਕਾਂਗਰਸ ਨਾਲ ਹੀ ਆ ਜਾਣ, ਕਾਂਗਰਸ ਦਾ ਨਾਂ ਬਦਲ ਕੇ ਬੀਜੇਪੀ ਰੱਖ ਲੈਣਗੇ, ਆਪਣਾ ਨਾਂ ਬਦਲ ਕੇ ਕਾਂਗਰਸ ਰੱਖਣ, ਸਾਨੂੰ ਫਰਕ ਨਹੀਂ ਪੈਂਦਾ। ਜੀ ਜੀ। ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ
ਆਪਣੀ ਪੰਜਾਬ ਦੀ ਆਪਣੀ ਪਾਰਟੀ ਹੈ ਔਰ ਪੰਜਾਬ ਦੇ ਵਿੱਚ ਅਗਰ ਭਾਰਤੀ ਜਨਤਾ ਪਾਰਟੀ ਨੇ ਮੁਸਲਮਾਨ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ, ਸੀਟਾਂ ਦਿੱਤੀਆਂ, ਇਲੈਕਸ਼ਨਾਂ ਜਿਤਾਈਆਂ ਔਰ ਉਸ ਤੋਂ ਬਾਅਦ ਚ ਮੰਤਰੀ ਮੰਡਲ ਦੇ ਵਿੱਚ ਹੀ ਰੱਖੇ। ਔਰ ਇਹਦੇ ਨਾਲ ਜੇ ਕਹਿਣ ਦੀ ਅਸੀਂ ਜੀ ਪਿੱਛੇ ਤੁਰੇ ਫਿਰਦੇ ਆ, ਇਹਦਾ ਕੋਈ ਵਿਚਾਰ ਹੈ ਹੀ ਨਹੀਂ ਅਕਾਲੀ ਦਲ ਦਾ। ਔਰ ਸੁਖਬੀਰ ਬਾਦਲ ਸਾਹਿਬ ਨੇ ਅੱਜ ਮੀਡੀਆ ਸਾਹਿਬ ਦੇ ਹੋ ਕੇ ਕਿਹਾ ਕਿ 13 ਦੀਆਂ 13 ਸੀਟਾਂ ਅਸੀਂ ਬੀਐਸਪੀ ਦੇ ਨਾਲ ਰਲ ਕੇ ਲੜ ਰਹੇ ਹਾਂ ਔਰ ਬੀਐਸਪੀ ਨਾਲ ਸਾਡਾ ਸਮਝੌਤਾ ਹੈ, ਹੋਰ ਕਹਿਣਾ ਨਹੀਂ। ਸਾਂਪਲਾ ਸਾਹਿਬ ਨੂੰ ਅਗਰ ਕੋਈ ਭੁਲੇਖਾ ਹੋਏ ਤੇ ਆਪਣੀ ਹਾਈਕਮਾਂਡ ਨੂੰ ਪੁੱਛਣ ਕਿ ਉਹ ਜਿਹੜੀਆਂ ਸਟੇਜਾਂ ਦੇ ਚੜ੍ਹ ਕੇ ਅੱਜ ਉਹਨਾਂ ਦੇ ਵੱਡੇ ਵੱਡੇ ਲੀਡਰ ਪੁਲਿਸ ਸਾਹਿਬ ਗੱਲਾਂ ਕਰਦੇ ਨੇ। ਪੁਲਿਸ ਦਾ ਤੁਹਾਡਾ ਵਿਊ ਬਣਾ ਗਿਆ ਸਾਂਪਲਾ ਜੀ। ਮੈਂ ਬਾਕੀ ਮਹਿਮਾਨਾਂ ਤੋਂ ਵੀ ਸਵਾਲ ਲੈਣੇ, ਪਰ ਇੱਕ ਸਵਾਲ ਕਿਉਂਕਿ ਸਿੱਧੇ ਤੌਰ 'ਤੇ ਤੁਹਾਡੇ ਬਾਰੇ ਜਾਣੀ ਕਿ ਭਾਜਪਾ ਬਾਰੇ ਗੱਲ ਕੀਤੀ ਗਈ ਹੈ। ਉਹ ਕਹਿੰਦੇ ਭਾਜਪਾ ਨੇ ਪੰਜਾਬ ਦੇ ਵਿੱਚ ਪਾਰਟੀ ਦਾ ਕਾਂਗਰਸੀਕਰਨ ਵੀ ਕਰ ਲਿਆ, ਇਹਦੇ ਬਾਵਜੂਦ ਵੀ ਜਿਹੜਾ ਹੈਗਾ ਕੋਈ ਉਹਨੂੰ ਫਾਇਦਾ ਨਹੀਂ ਹੋਇਆ ਤੇ ਅਕਾਲੀ ਦਲ ਨੂੰ ਕੋਈ ਕਾਲ ਨਹੀਂ। ਪਾਰਲੀਮੈਂਟ ਦੀ ਇਲੈਕਸ਼ਨ ਦੇ ਮੱਦੇਨਜ਼ਰ ਜੇ ਕਾਲ ਆ ਤਾਂ ਭਾਜਪਾ ਨੂੰ ਹੈ। ਬਸ ਫਿਰ ਸਿੱਧੂ ਸਾਹਿਬ ਹੋਰ ਚਾਹੀਦਾ ਕੀ ਆ? ਅਸੀਂ ਕਰਨਾ ਨਹੀਂ ਚਾਹੁੰਦੇ, ਇਹ ਕਹਿੰਦੇ ਅਸੀਂ ਕਰਨਾ ਨਹੀਂ ਚਾਹੁੰਦੇ, ਤੇ ਗੱਲ ਤਾਂ ਇੱਥੇ ਮੁੱਕ ਗਈ। ਨਾ ਇਹ ਚਾਹੁੰਦੇ ਨਾ ਅਸੀਂ ਚਾਹੁੰਦੇ, ਰੌਲਾ ਕਾਹਦਾ ਫਿਰ? ਜੀ ਇਹਨੇ ਵੀ ਮਨਾ ਕਰ ਦਿੱਤਾ, ਅਸੀਂ ਵੀ ਮਨਾ ਕਰ ਦਿੱਤਾ। ਬਣਾਉਣਾ ਨਹੀਂ ਨਾ ਸਾਡਾ ਬਣਨਾ ਹੈ। ਬਸ ਫਿਰ ਅਸੀਂ ਤੁਸੀਂ ਵੀ ਚਾਹੁੰਦੇ ਨਹੀਂ, ਅਸੀਂ ਵੀ ਚਾਹੁੰਦੇ ਨਹੀਂ, ਰੌਲਾ ਇੱਥੇ ਮੁੱਕ ਗਿਆ। ਗੱਲ ਇਹ ਹੈ ਲੋੜ ਤੁਹਾਡੀ ਹੈ, ਸਾਡੀ ਲੋੜ ਨਹੀਂ ਹੈ ਲੋਕ ਸਭਾ ਇਲੈਕਸ਼ਨ ਦੇ ਵਿੱਚ। ਬਸ ਜੇ ਸਾਨੂੰ ਲੋੜ ਅਸੀਂ ਤਾਂ ਮਨਾ ਕਰ ਦਿੱਤਾ, ਸਾਨੂੰ ਲੋੜ ਨਹੀਂ ਜੀ। ਸਾਡੇ ਜਿਹੜਾ ਪੰਜਾਬ ਦੇ ਇੰਚਾਰਜ ਨੇ ਵਿਜੇ ਰੂਪਾਨੀ ਜੀ ਅੱਜ ਸਾਫ਼ ਕਰ ਚੁੱਕੇ ਕਿ ਸਮਝੌਤਾ ਨਹੀਂ ਹੋ ਰਿਹਾ। ਤੁਸੀਂ ਡਿਫੈਂਸ ਮਿਨਿਸਟਰ ਸਾਹਿਬ ਨੂੰ ਸਰ ਸਾਡੇ ਜਿਹੜੇ ਨੇ ਪੰਜਾਬ ਇੰਚਾਰਜ ਨੇ ਵਿਜੇ ਰੂਪਾਨੀ ਜੀ, ਉਹ ਅੱਜ ਪ੍ਰੈਸ 'ਚ ਕਹਿ ਚੁੱਕੇ ਨੇ ਅਸੀਂ ਅਕਾਲੀ ਦਲ ਨਾਲ ਗਠਬੰਧਨ ਨਹੀਂ ਕਰ ਰਹੇ। ਹੋਰ ਦੱਸੋ ਤੁਹਾਨੂੰ ਕਿਹਦਾ ਜਵਾਬ ਦਈਦਾ? ਰਾਜਨਾਥ ਦੀ ਕੋਈ ਅਹਿਮੀਅਤ ਨਹੀਂ ਹੈਗੀ ਤੁਹਾਡੇ ਪਾਰਟੀ 'ਚ। ਰਾਜਨਾਥ ਸਿੰਘ ਜੀ ਨੇ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਯਾਦ ਕੀਤਾ, ਨਾ ਕਿ ਇਹਨੇ ਇਹ ਕਿਹਾ ਕਿ ਅਸੀਂ ਗਠਬੰਧਨ ਕਰਨ ਆਏ ਆ। ਤੁਸੀਂ ਕੀ ਚਾਹੁੰਦੇ ਆ? ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ ਦਲ ਤੋਂ ਇਲਾਵਾ ਹੋਰ ਕੋਈ ਉਹਨੂੰ ਮਾਣ ਸਨਮਾਨ ਇੱਜ਼ਤ ਜਾਂ ਕੋਈ ਯਾਦ ਨਾ ਕਰੇ? ਤੁਸੀਂ ਲਿਖ ਕੇ ਲੈ ਦਿਓ ਕਿ ਪ੍ਰਕਾਸ਼ ਸਿੰਘ ਬਾਦਲ ਸਿਰਫ ਅਕਾਲੀ ਦਲ ਦੇ, ਅੱਜ ਤੋਂ ਬਾਅਦ ਉਹਨਾਂ ਨੂੰ ਕੋਈ ਯਾਦ ਨਾ ਕਰੇ, ਕੋਈ ਉਹਨਾਂ ਦੀ ਸ਼ਾਨ 'ਚ ਕੋਈ ਗੱਲ ਨਾ ਕਵੇ। ਲਿਖ ਕੇ ਲਾ ਦਿਓ, ਨੋਟਿਸ ਜਾਰੀ ਕਰ ਦਿਓ ਅਖਬਾਰਾਂ 'ਚ। ਯਾਦ ਕਰਨ ਦੀ ਗੱਲ ਹੀ ਨਹੀਂ, ਉਹ ਕਹਿੰਦੇ ਇਕੱਠੇ ਹੋਣ ਦੀ ਗੱਲ ਕਰਨੀ ਹੈ। ਤੁਸੀਂ ਆਪਣੇ ਉਹਨਾਂ ਨੇ ਏਦਾਂ ਦੀ ਕੋਈ ਵੀ ਗੱਲ ਨਹੀਂ, ਉਹਨੇ ਕਿਤੇ ਨਹੀਂ ਕਿਹਾ ਸੀ ਅਕਾਲੀ ਦਲ ਨਾਲ ਗਠਬੰਧਨ ਕਰਨਾ ਚਾਹੁੰਦੇ ਆ ਜਾਂ ਕਰਾਂਗੇ। ਲੋੜ ਤੁਹਾਨੂੰ ਹੈ, ਸਾਨੂੰ ਨਹੀਂ ਹੈ। ਅਸੀਂ ਤਾਂ ਬਸ ਫਿਰ ਸਰ ਅਸੀਂ ਨਾ ਕਰ ਦਿੱਤੀ ਹੈ, ਤੁਸੀਂ ਵੀ ਨਾ ਕਰ ਦਿੱਤੀ ਹੈ। ਹੁਣ ਰੌਲਾ ਕਾਹਦਾ ਰਹਿ ਗਿਆ? ਗੱਲ ਵਧਾ ਕੇ ਬਾਕੀ ਫਿਰ ਲੱਸੀ 'ਚ ਕਹਿੰਦਾ ਪਾਣੀ ਪਾ ਕੇ ਜਿੰਨੀ ਮਰਜ਼ੀ ਵਧਾਈ ਚਲੋ। ਬੜੇ ਕਰਲੋ ਮੱਛੀ ਹੁੰਦੇ ਫਿਰਦੇ ਆ, ਕਰਲੋ ਮੱਛੀ ਤੋਂ ਤੁਹਾਡੇ ਮੰਤਰੀ ਹੁੰਦੇ ਫਿਰਦੇ ਆ ਕੇ ਚੰਡੀਗੜ੍ਹ 'ਚ ਆਵਾਜ਼ਾਂ ਮਾਰਦੇ ਵੀ। ਮੈਂ ਕਿਹਾ ਸਰ ਅਸੀਂ ਮਨਾ ਕਰ ਚੁੱਕੇ ਹੋ, ਹੁਣ ਤੁਸੀਂ ਕਿਉਂ ਤਰਲੋ ਮੱਛੀ ਹੋ ਰਹੇ? ਇੱਕ ਗੱਲ ਤੇ ਤੁਸੀਂ ਵੀ ਨਾ ਕਰਦੀ, ਅਸੀਂ ਵੀ ਨਾ ਕਰਦੀ। ਤੁਸੀਂ ਵੀ ਸਾਂਪਲਾ ਜੀ ਕਾਂਗਰਸੀਕਰਨ ਤੁਸੀਂ ਕਰ ਲਿਆ, ਨਾ ਬਦਲ ਕੇ ਬੀਜੇਪੀ ਦਾ, ਬੀਜੇਪੀ ਕਾਂਗਰਸ ਰੱਖ ਦੋ। ਓਕੇ ਨਹੀਂ ਤੁਸੀਂ ਕਾਂਗਰਸੀਕਰਨ ਨਹੀਂ ਕਹੋ, ਅਕਾਲੀ ਦਲ ਦੇ ਵੀ ਬਹੁਤ ਲੀਡਰ ਆ ਗਏ ਆ ਜਿਨ੍ਹਾਂ ਨੂੰ ਤੁਸੀਂ ਕਮਾਂਡਰ ਦਿੱਤੇ ਸੀ। ਬਹੁਤ ਵੱਡੇ ਵੱਡੇ ਲੀਡਰ ਤੁਹਾਡੇ ਸਿਰਸਾ ਸਾਹਿਬ ਤੋਂ ਬਿਨਾਂ ਸੁਖਬੀਰ ਬਾਦਲ ਜੀ ਇੱਕ ਪੈਰ ਨਹੀਂ ਸੀ। ਸਿਰਸਾ ਸਾਹਿਬ ਸਾਡੀ ਪਾਰਟੀ 'ਚ ਨੇ, ਪਰਮਿੰਦਰ ਬਰਾੜ ਸਾਡੀ ਪਾਰਟੀ 'ਚ ਨੇ, ਗੱਲਾਂ ਕਾਂਗਰਸੀਕਰਨ ਨਾ ਕਹੋ। ਅਕਾਲੀ ਦਲ ਦੇ ਬਹੁਤ ਵੱਡੇ ਵੱਡੇ ਲੀਡਰ, ਚਰਨਜੀਤ ਸਿੰਘ ਅਟਵਾਲ ਦਾ ਨਾਮ ਲਓ ਤੁਸੀਂ। ਮੇਰੀ ਗੱਲ ਤਾਂ ਸੁਣ ਲਓ ਪਹਿਲਾਂ ਪੂਰੀ, ਤੁਸੀਂ ਗੱਲਾਂ ਕਾਂਗਰਸੀਕਰਨ ਨਾ ਕਹੋ। ਟਕਸਾਲੀ ਲੀਡਰ ਬੀਜੇਪੀ 'ਚ ਆਏ, ਉਹਨਾਂ ਦਾ ਨਾਮ ਕਿਉਂ ਨਹੀਂ ਲੈਂਦੇ ਤੁਸੀਂ? ਉਹਨਾਂ ਦਾ ਨਾਮ ਲੈਣ ਲੱਗੇ ਦੋਵਾਂ ਦਾ ਬਰਾੜ ਦਾ ਨਾਮ ਕਿਉਂ ਨਹੀਂ ਲੈਂਦੇ? ਸਿਰਸਾ ਦਾ ਨਾਮ ਕਿਉਂ ਨਹੀਂ ਲੈਂਦੇ? ਬੀਬੀ ਜੋਸ਼ ਦਾ ਨਾਮ ਕਿਉਂ ਨਹੀਂ ਲੈਂਦੇ? ਇਹਨਾਂ ਸਾਰੇ ਨਾਮਾਂ ਨੂੰ ਲੈਣ ਤੁਹਾਨੂੰ ਸੰਗ ਕਿਉਂ ਆਉਂਦੀ ਹੈ? ਕਾਂਗਰਸੀਕਰਨ ਕਿਉਂ ਕਹਿੰਦੇ ਹੋ? ਪ੍ਰਧਾਨ ਬਣਾਉਂਦੇ ਬਰਾੜ ਨੂੰ, ਜਿਹੜੇ ਲੀਡਰ ਬਰਾੜ ਨੂੰ ਪ੍ਰਧਾਨ ਬਣਾਉਂਦੇ ਫਿਰ ਨਾਲ ਆ ਜਾਂਦੇ ਅਸੀਂ। ਨਹੀਂ ਤੁਸੀਂ ਉਹਨਾਂ ਦਾ ਨਾਮ ਕਿਉਂ ਨਹੀਂ ਲੈਂਦੇ? ਬਾਅਦ ਜਿਵੇਂ ਤੂੰ ਬਰਾੜ ਨੂੰ ਪ੍ਰਧਾਨ ਬਣਾਉਣ ਦੇ ਨਾਲ ਲੈ ਲੈਂਦੇ ਅਸੀਂ। ਤੁਸੀਂ ਕਾਂਗਰਸ ਨੂੰ ਪ੍ਰਧਾਨ ਬਣਾਇਆ ਸਾਂਪਲਾ ਜੀ ਦੋਨਾਂ ਦੇ ਵਿਊ ਬਣਾ ਕੇ ਮਿਹਰਬਾਨੀ ਕਰੇਗਾ। ਨਹੀਂ ਬਣਾਵਾਂਗੇ, ਅਸੀਂ ਉਹਨੂੰ ਜਿਮਨੀ ਚੋਣ ਲੋਕ ਸਭਾ ਚੋਣ ਵੀ ਲੜਾਵਾਂਗੇ, ਪਰ ਤੁਸੀਂ ਉਹਨਾਂ ਦਾ ਨਾਮ ਤੋਂ ਤੁਸੀਂ ਕਿਉਂ ਸੰਗਦੇ ਉਹਨਾਂ ਦਾ ਨਾਮ ਲੈਣ ਲੱਗੇ? ਆਪਾਂ ਬਾਕੀ ਮਹਿਮਾਨਾਂ ਤੋਂ ਵੀ ਸਵਾਲ ਲਈਏ। ਜਿਹੜੇ ਤੁਹਾਡੇ ਵਰਗੇ ਵਰਕਰ ਦਰੀਆਂ ਵਿਛਾਉਂਦੇ ਸੀ, ਦਰੀਆਂ ਚੁੱਕੇ ਰਹਿ ਗਏ। ਕਾਂਗਰਸੀਆਂ ਨੂੰ ਤੁਸੀਂ ਥਾਲੀ ਪਰੋਸ ਕੇ ਦੇਤੀ। ਸਰ ਤੁਸੀਂ ਬੀਜੇਪੀ ਦੇ ਵਰਕਰਾਂ ਦੁੱਖ ਜ਼ਿਆਦਾ ਮਹਿਸੂਸ ਨਾ ਕਰੋ, ਤੁਸੀਂ ਅਕਾਲੀ ਦਲ ਦੀ ਚਿੰਤਾ ਕਰੋ।
ਅਸੀਂ ਤਾਂ ਚਿੰਤਾ ਕਰ ਰਹੇ ਹਾਂ, ਤੁਹਾਨੂੰ ਇਹ ਜ਼ਿਆਦਾ ਵਧੀਆ ਲੱਗੂਗਾ ਜੇ ਅਕਾਲੀ ਦਲ ਆਪਣੀ ਚਿੰਤਾ ਕਰੇ। ਸਾਡੇ ਲੋਕਾਂ ਦੀ ਚਿੰਤਾ ਹੋਣੀ ਹੈ, ਚਿੰਤਾ ਨਾ ਤੁਹਾਡਾ ਲੋਕਾਂ ਦਾ ਹਜ਼ਰ ਕੀ ਹੋਊਗਾ ਹੁਣ? ਦੱਸ ਰਿਹਾ ਅਕਾਲੀ ਦਲ ਆਪਣੀ ਚਿੰਤਾ ਕਰੇ ਤੇ ਜ਼ਿਆਦਾ ਦੋਨੋਂ ਦੀ ਗੱਲ ਆ ਗਈ, ਦੋਨੋਂ ਦਾ ਵਿਊ ਬਣਾ ਗਿਆ। ਥੈਂਕ ਯੂ ਵੈਰੀ ਮਚ। ਦੰਗੇ ਧੜ ਜਿਹੜੇ ਜਾ ਰਹੇ ਧਰਨੇ ਦਿੰਦੇ ਰਹੇ ਤੁਹਾਡੇ ਪ੍ਰਧਾਨ ਸਾਹਿਬ, ਅੱਜ ਉਹਨਾਂ ਦੀ ਪ੍ਰਧਾਨਗੀ ਅਕਸਰ ਕਰੋਗੇ। ਓਕੇ ਪੁਲਿਸ ਸਾਹਿਬ ਤੁਹਾਡਾ ਵਿਊ ਬਣਾ ਗਿਆ। ਸੰਭਲਾ ਜੀ ਬਾਕੀ ਮਹਿਮਾਨਾਂ ਨੂੰ ਵੀ ਆਪਾਂ ਮੌਕਾ ਦੇਈਏ। ਜਿਹੜੇ ਤੁਰੰਤ ਲੋਕਾਂ ਦੇ ਖਿਲਾਫ ਇਹ ਜਾ ਕੇ ਧਰਨੇ ਦਿੰਦੇ ਰਹੇ, ਉਹਨਾਂ ਦੇ ਪ੍ਰਧਾਨ ਸਾਹਿਬ ਨੰਗੇ ਹੋ ਕੇ ਫਿਰ ਲਿਟਦੇ ਰਹੇ ਜਾ ਕੇ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਦੇ ਬਾਹਰ। ਆਪਾਂ ਫੇਰ ਆਨੇ ਇਸ ਮੁੱਦੇ ਤੇ ਪੁਲਿਸ ਸਾਹਿਬ, ਫੇਰ ਆਨੇ ਆਪਾਂ ਇਸ ਮੁੱਦੇ ਤੇ। ਆਪਾਂ ਸੁਖਵੀਰ ਜੀ ਤੋਂ ਵੀ ਸਵਾਲ ਲੈਣਾ ਚਾਹੁੰਦੇ ਹਾਂ। ਸੁਖਵੀਰ ਜੀ, ਜੋ ਪ੍ਰਸਥਿਤੀਆਂ ਬਣੀਆਂ ਵੀ ਆ, ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਭਾਜਪਾ ਗੱਠਜੋੜ ਦੀ, ਕਿਧਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਦਾ ਕਾਂਗਰਸੀਕਰਨ ਹੋ ਗਿਆ। ਕੀ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਸੁਨੀਲ ਜਾਖੜ ਜਿਹੜਾ ਪ੍ਰਧਾਨ ਬਣਾਏ ਗਏ ਹੈ, ਕੱਲ੍ਹ ਨੂੰ ਹੋਰ ਵੀ ਜਿਹੜਾ ਹੈਗਾ ਇਸ ਤਰੀਕੇ ਨਾਲ ਕਾਂਗਰਸ 'ਚੋਂ ਖੁੱਗ ਕੇ ਕੁਝ ਬੰਦੇ ਜਿਹੜੇ ਗਏ ਭਾਜਪਾ ਦੀ ਝੋਲੀ 'ਚ ਪਾਏ ਜਾ ਸਕਦੇ ਹੈ? ਦੇਖੋ ਸਿੱਧੂ ਸਾਹਿਬ ਦੀਆਂ ਗੱਲਾਂ ਹੋ ਰਹੀਆਂ। ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨੀ ਚਾਹੁੰਦਾ ਕਿ ਤੁਸੀਂ ਬੜੇ ਯਾਰਾ ਦੋਵੇਂ ਪ੍ਰਵਕਤਾ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਔਰ ਸ਼੍ਰੋਮਣੀ ਅਕਾਲੀ ਦਲ, ਆਪਾਂ ਸਮਝੌਤੇ ਦੀ ਗੱਲ ਕਰਦੇ ਆ। ਉਹ ਤੋਂ ਇਉਂ ਲੱਗਦਾ ਸੀ ਕਿ ਜਿੰਨੇ ਤੇ ਦਾ ਪਹਿਲਾ ਨਾਂ ਲਿਆ ਜਿਵੇਂ ਬਦਨਾਮੀ ਤੋਂ ਡਰ ਲੱਗਦਾ ਹੋਵੇ ਵੀ ਕਿਤੇ ਜੇ ਅਸੀਂ ਪਹਿਲ ਕਰ ਲਈ ਤੇ ਸਾਡੀ ਬਦਨਾਮੀ ਹੈ, ਤੇ ਬੀਜੇਪੀ ਕਹਿੰਦੀ ਜੇ ਅਸੀਂ ਸਮਝੌਤੇ ਲਈ ਪਹਿਲ ਕਦਮੀ ਕੀਤੀ ਤੇ ਸਾਡੀ ਬਦਨਾਮੀ। ਇੱਥੇ ਤਾਂ ਸਿਚੁਏਸ਼ਨ ਤੁਹਾਡੇ ਚੈਨਲ ਤੇ ਇਹ ਬਣੀ ਹੋਈ ਹੈ। ਆਪਾਂ ਚਰਚਾ ਕਰ ਰਹੇ ਹਾਂ, ਚਰਚਾ ਇਸ ਗੱਲ ਤੇ ਰੱਖੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਜਿਹੜਾ ਗਠਬੰਧਨ ਕਰਨ ਜਾ ਰਹੇ ਆ। ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ। ਔਰ ਦੂਜੀ ਗੱਲ ਜਿਹੜੀ ਸਾਹਿਲ ਜੀ ਨੇ ਕੀਤੀ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੋਕਤੰਤਰ ਹੈ, ਜੋ ਗੱਲ ਕੀਤੀ ਮੈਂ ਜੋ ਸੁਣ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੋਕਤੰਤਰ ਹੈ, ਭਾਰਤੀ ਜਨਤਾ ਪਾਰਟੀ ਦੇ ਵਿੱਚ ਅਸੀਂ ਆਪ ਦੀ ਗੱਲ ਰੱਖ ਸਕਦੇ ਹਾਂ, ਭਾਰਤੀ ਜਨਤਾ ਪਾਰਟੀ ਦੇ ਵਿੱਚ ਕਦੀ ਕੋਈ ਬਾਗੀ ਸੁਰ ਨਹੀਂ ਉੱਠੇ। ਮੈਂ ਹੈਰਾਨ ਆ। ਮੈਂ ਖੁਦ ਦੀ ਗੱਲ ਦੱਸ ਰਿਹਾ ਤੁਹਾਨੂੰ ਜੀ। ਜਦੋਂ ਸੁਨੀਲ ਜਾਖੜ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਸੀ, ਜਦੋਂ ਉਹਨਾਂ ਨੇ ਸਰਦਾਰ ਚੰਨੀ ਦੇ ਖਿਲਾਫ ਨਹੀਂ ਪੂਰੀ ਦਲਿਤ ਕਮਿਊਨਿਟੀ ਨੂੰ ਟਾਰਗੇਟ ਕੀਤਾ ਸੀ, ਤਾਂ ਮੈਂ ਗੁਰੂ ਰਵਿਦਾਸ ਚੌਂਕ ਦੇ ਵਿੱਚ ਸੁਨੀਲ ਜਾਖੜ ਦੇ ਖਿਲਾਫ ਸੈਂਕੜੇ ਬੰਦੇ ਇਕੱਠੇ ਕਰਕੇ ਧਰਨਾ ਦਿੱਤਾ ਸੀ ਔਰ ਡੀਸੀ ਨੂੰ ਮੈਮੋਰੈਂਡਮ ਦਿੱਤਾ ਸੀ ਕਿ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਦੋਂ ਮੈਂ ਵੀ ਕਾਂਗਰਸ ਦੇ ਵਿੱਚ ਸੀ ਔਰ ਸੁਨੀਲ ਜਾਖੜ ਵੀ ਕਾਂਗਰਸ ਦਾ ਸੀਨੀਅਰ ਲੀਡਰ ਸੀ ਔਰ ਮੈਨੂੰ ਕਿਸੇ ਕਾਂਗਰਸੀ ਦਾ ਫੋਨ ਨਹੀਂ ਆਇਆ ਸੀਨੀਅਰ ਲੀਡਰ ਦਾ ਕਿ ਤੁਸੀਂ ਇਹ ਕੀ ਕਰ ਰਹੇ ਆ। ਮੈਂ ਡਟ ਕੇ ਆਵਾਜ਼ ਬੁਲੰਦ ਕੀਤੀ। ਜਿੱਥੇ ਸਾਂਪਲਾ ਜੀ ਇਹ ਗੱਲ ਕਹਿ ਰਹੇ ਆ ਕਿ ਸਾਰੇ ਜੋ ਹਾਈ ਕਮਾਂਡ ਕਰਦੀ ਆ ਉਹਨੂੰ ਸਵੀਕਾਰ ਕਰਦੇ ਆ, ਮੈਨੂੰ ਇਸ ਗੱਲ ਦਾ ਦੁੱਖ ਹੋ ਰਿਹਾ ਕਿ ਸਾਂਪਲਾ ਜੀ ਨੂੰ ਇਸ ਜਵਾਨ ਲੜਕਾ ਜਿਹੜਾ ਲੀਡਰ ਬਣਨਾ, ਜਿਹਨੇ ਸਾਡੀ ਕੌਮ ਦੀ ਵੀ ਅਗਵਾਈ ਕਰਨੀ ਔਰ ਭਾਰਤੀ ਜਨਤਾ ਪਾਰਟੀ ਦਾ ਵੀ ਲੀਡਰ ਹੈ, ਇਹ ਸਾਂਪਲਾ ਜੀ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਸੀ ਕਿ ਇਹ ਇੱਕ ਦਲਿਤ ਵਿਰੋਧੀ ਸੋਚ ਨੂੰ ਤੁਸੀਂ ਸਟੇਟ ਦਾ ਪ੍ਰੈਜ਼ੀਡੈਂਟ ਬਣਾ ਰਹੇ ਆ, ਜਿਹੜਾ ਹੁਣੇ ਹੀ ਕਾਂਗਰਸ ਦੇ ਵਿੱਚੋਂ ਚੱਕ ਕੇ ਲਿਆਂਦਾ ਔਰ ਜਿਹੜਾ ਕਾਂਗਰਸ ਦਾ ਸਕਾ ਨਹੀਂ ਹੋਇਆ, ਜਿਸ ਦੇ ਬਾਪ ਨੂੰ ਮਿਨਿਸਟਰੀਆਂ ਦਿੱਤੀਆਂ, ਹਰੇ ਹੋਏ ਨੂੰ ਜਿਹੜਾ ਮੈਂਬਰ ਰਾਜ ਸਭਾ ਬਣਾਇਆ, ਸਟੇਟ ਦਾ ਕਾਂਗਰਸ ਦਾ ਪ੍ਰਧਾਨ ਬਣਾਇਆ। ਜੇ ਉਹ ਕਾਂਗਰਸ ਦਾ ਸਕਾ ਨਹੀਂ ਹੋ ਸਕਿਆ ਤੇ ਭਾਰਤੀ ਜਨਤਾ ਪਾਰਟੀ ਦਾ ਕੀ ਭਲਾ ਕਰੂਗਾ? ਮੈਨੂੰ ਇਹ ਲੱਗ ਰਿਹਾ ਸਾਹਿਲ ਜੀ ਕਿ ਤੁਹਾਡੀ ਪਾਰਟੀ ਦੇ ਵਿੱਚ ਕੋਈ ਲੋਕਤੰਤਰ ਨਾਂ ਦੀ ਚੀਜ਼ ਨਹੀਂ। ਜੇ ਲੋਕਤੰਤਰ ਦੀ ਨਾਂ ਦੀ ਕੋਈ ਚੀਜ਼ ਹੁੰਦੀ ਤੇ ਅੱਜ ਤੁਸੀਂ ਹਿੱਕ ਥਾਪੜ ਕੇ ਇਸ ਦਲਿਤ ਵਿਰੋਧੀ ਸੋਚ ਦਾ ਜਿਹੜਾ ਡਟ ਕੇ ਵਿਰੋਧ ਕਰਦੇ, ਕਿਉਂਕਿ ਤੁਸੀਂ ਆਪ ਜਿਹੜੇ ਆ ਉਹ ਦਲਿਤ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ। ਤੁਹਾਡੇ ਪਿਤਾ ਜੀ ਅੱਜ ਸਾਡੀ ਖੁਦ ਦੀ ਪੀੜਤ, ਜੇ ਅਸੀਂ ਉਹਨੂੰ ਸਵੀਕਾਰ ਕਰਕੇ ਮੂੰਹ ਨੂੰ ਜਿੰਦਰਾ ਲਗਾ ਕੇ ਬੈਠਾਂਗੇ ਕਿ ਇੱਕ ਦਲਿਤ ਵਿਰੋਧੀ ਸੋਚ ਜਿਹੜੀ ਆ ਜੀ ਸੁਖਵੀਰ ਜੀ ਤੁਹਾਡੀ ਗੱਲ ਆ ਗਈ। ਮਿਹਰਬਾਨੀ। ਦੀ ਸੋਚ ਦੀ ਨਿੰਦਾ ਕਰਦਾ ਔਰ ਵਿਰੋਧ ਕਰਦਾ। ਥੈਂਕ ਯੂ ਵੈਰੀ ਮਚ। ਅਮਰਿੰਦਰ ਜੀ, ਇੱਕ ਹੋਰ ਅਹਿਮ ਸਵਾਲ ਹੈ ਅੱਜ ਦੀ ਮੀਟਿੰਗ ਦਾ, ਉਹ ਹੈ ਕਿ ਸਿਵਲ ਕੋਡ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ 4 ਮੈਂਬਰੀ ਕਮੇਟੀ ਬਣਾਈ ਗਈ ਔਰ ਕਿਹਾ ਗਿਆ ਕਿ 13 ਜੁਲਾਈ ਨੂੰ ਉਹ ਕਮੇਟੀ ਜਿਹੜੀ ਹੈਗੀ ਆਪਣੀ ਰਿਪੋਰਟ ਲਾ ਕਮਿਸ਼ਨ ਨੂੰ ਸੌਂਪੇਗੀ। ਇਸ ਸਥਿਤੀ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਵੀ ਵੱਡਾ ਸਵਾਲ ਹੈ ਪੰਜਾਬ ਦੇ ਅੰਦਰ? ਦੇਖੋ ਸਿੱਧੂ ਸਾਹਿਬ, ਭੁੱਲਰ ਸਾਹਿਬ ਜੋ ਮਰਜ਼ੀ ਇੱਥੇ ਕਹੀ ਜਾਣ, ਹਕੀਕਤ ਇਹ ਹੈ ਕਿ ਇਹਨਾਂ ਦੀ ਹਾਈ ਕਮਾਂਡ ਨੇ ਅਜੇ ਖੁੱਲ੍ਹ ਕੇ ਫੈਸਲਾ ਕਰਨਾ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜਾ ਸਾਡਾ ਗਠਬੰਧਨ ਹੈ 9 ਮਾਸ ਦਾ ਜਿਹੜਾ ਰਿਸ਼ਤਾ ਹੈ ਉਹਨੂੰ ਅਸੀਂ 24 ਤੋਂ ਪਹਿਲਾਂ ਉਜਾਗਰ ਕਰਨਾ ਕਿ ਨਹੀਂ ਕਰਨਾ। ਜੇਕਰ ਉਹ ਰਿਸ਼ਤਾ ਇਹਨਾਂ ਨੇ ਵਾਕਈ ਤੋੜਿਆ ਹੋਇਆ ਹੁੰਦਾ ਤੇ ਜਦੋਂ ਇਹ ਗੁਰਦੁਆਰਾ ਅਮੈਂਡਮੈਂਟ ਬਿੱਲ ਨੂੰ ਇਹ ਰੱਦ ਕਰ ਸਕਦੇ ਹੈ, ਅਕਾਲੀ ਦਲ ਜਿਹੜਾ ਹੈਗਾ ਆਪਣੀ ਮੀਟਿੰਗ ਦੇ ਵਿੱਚ ਗੁਰਦੁਆਰਾ ਅਮੈਂਡਮੈਂਟ ਬਿੱਲ ਨੂੰ ਮੁੱਢੋਂ ਰੱਦ ਕਰ ਸਕਦਾ, ਉਹਦੀ ਅਪੋਜੀਸ਼ਨ ਕਰ ਸਕਦਾ ਹੈ, ਤੇ ਯੂਨੀਫਾਰਮ ਸਿਵਲ ਕੋਡ ਦੇ ਉੱਪਰ ਨਿਊਟਰਲ ਕਿਉਂ ਹੈ ਇਹ? ਜਦੋਂ ਕਿ ਹੁਣ ਤੱਕ ਇਹ ਬੋਲਦੇ ਆ ਰਹੇ ਆ, ਬਾਹਰ ਗੱਲਾਂ ਕਰਦੇ ਆ, ਚੈਨਲਾਂ ਤੇ ਗੱਲਾਂ ਕਰਦੇ ਆ, ਲੇਕਿਨ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਅਸੀਂ ਕਮੇਟੀ ਬਣਾਈ ਹੈ, ਕਮੇਟੀ ਰਿਪੋਰਟ ਦੇਗੀ। ਮੈਂ ਕਿਹਾ ਜੀ ਉਹ ਇਹ ਤਾਂ ਕਹਿ ਸਕਦੇ ਸੀ ਨਾ ਅਸੀਂ ਰੱਦ ਕਰ ਰਹੇ ਹਾਂ ਤੇ ਸਾਡੇ ਆਬਜੈਕਸ਼ਨਸ ਉਹਨਾਂ ਨੂੰ ਪੇਸ਼ ਕਰਾਂਗੇ। ਉਹਨਾਂ ਨੇ ਇਹ ਨਹੀਂ ਕਿਹਾ ਅਸੀਂ ਰੱਦ ਕਰ ਰਹੇ ਹਾਂ।
ਕਮੇਟੀ ਬਣਾ ਕੇ ਗੱਲ ਜਿਹੜੀ ਹੈ ਦੱਬ ਕੇ ਰੱਖ ਲਈ ਹੈ ਕਿ ਕੋਈ ਨਹੀਂ 13 ਤੱਕ ਅਸੀਂ ਮਾਹੌਲ ਦੇਖ ਲਾਂਗੇ, ਹਫਤਾ 10 ਦਿਨ ਦੇਖਦੇ ਹਾਂ ਬੀਜੇਪੀ ਦਾ ਕਿੱਧਰ ਨੂੰ ਰੁਖ ਜਾਂਦਾ ਤੇ ਉਸ ਤੋਂ ਬਾਅਦ ਫੈਸਲਾ ਕਰਾਂਗੇ। ਤੇ ਅਜੇ ਕਿਹੜਾ 13 ਨੂੰ ਉਹਨਾਂ ਨੇ ਦਿੱਤੀ ਉਹ ਪਈ ਹੈ, ਅਜੇ ਤਾਂ ਬਣਾਈ ਹੈ ਨਾ ਕਮੇਟੀ, 13 ਤੋਂ ਹੋਰ ਹਫਤਾ ਅੱਗੇ ਵਧਾ ਲੈਣਗੇ। ਸੋ ਇਹ ਜਿਹੜਾ ਮਤਲਬ ਦੋਹਰਾ ਮਾਪਦੰਡ ਹੈ ਇਹ ਸਾਫ਼ ਹੋਣਾ ਚਾਹੀਦਾ। ਜਦੋਂ ਤੁਸੀਂ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਕਰਦੇ ਆ, ਘੱਟੋ ਘੱਟ ਵਿਰੋਧ ਤਾਂ ਦਰਜ ਕਰਾ ਦਿੰਦੇ। ਇਹ ਤਾਂ ਕਹਿ ਦਿੰਦੇ ਕਿ ਅਸੀਂ ਇਹਦੇ ਵਿਰੋਧ 'ਚ ਹੈਗੇ ਤੇ ਸਾਡੇ ਵਿਰੋਧ ਦੇ ਜਿਹੜੇ ਇਸ਼ੂਜ਼ ਹੈਗੇ ਉਹ ਅਸੀਂ ਪੇਸ਼ ਕਰਾਂਗੇ, ਉਹਦੇ ਲਈ ਕਮੇਟੀ ਬਣਾਤੀ ਹੈ। ਲੇਕਿਨ ਉਹਨਾਂ ਨੇ ਐਸਾ ਨਹੀਂ ਕਿਹਾ, ਉਹਨਾਂ ਨੇ ਗੱਲ ਗੋਲਮੋਲ ਕਰਤੀ ਹੈ ਯੂਨੀਫਾਰਮ ਸਿਵਲ ਕੋਡ ਤੇ ਕਿ ਭਾਰਤੀ ਜਨਤਾ ਪਾਰਟੀ ਦਾ ਅਸੀਂ ਵਿਰੋਧ ਕਰਨਾ ਹੈ ਕਿ ਨਹੀਂ ਕਰਨਾ, ਇਹਦਾ ਫੈਸਲਾ ਉਹ ਕਮੇਟੀ ਦੱਸੇਗੀ ਸਾਨੂੰ ਕਿ ਵੀ ਅਸੀਂ ਵਿਰੋਧ ਕਰੀਏ ਕਿ ਨਾ ਕਰੀਏ। ਸੋ ਇਹ ਜਿਹੜੀ ਚੀਜ਼ ਹੈ ਇੱਥੋਂ ਮਤਲਬ ਸਾਰੀ ਗੱਲ ਕਲੀਅਰ ਨਹੀਂ ਹੁੰਦੀ, ਇਹ ਦੁਬਿਧਾ ਇਹਨਾਂ ਨੇ ਰੱਖੀ ਹੋਈ ਹੈ। ਤੇ ਇੱਥੇ ਬੈਠ ਕੇ ਜੋ ਮਰਜ਼ੀ ਇਹ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਬੁਲਾਰੇ ਇੱਕ ਦੂਜੇ ਨਾਲ ਉਲਝੀ ਜਾਣ ਤੇ ਬੀਜੇਪੀ ਵਾਲੇ ਤਾਂ ਕਹਿ ਹੀ ਰਹੇ ਕਿ ਸਾਡੀ ਹਾਈ ਕਮਾਂਡ ਨੇ ਫੈਸਲਾ ਕਰਨਾ, ਜਿਵੇਂ ਸਾਨੂੰ ਕਹਿਣਗੇ ਅਸੀਂ ਉਹ ਕਰਾਂਗੇ। ਹਕੀਕਤ ਇਹ ਹੈ ਕਿ ਭੁੱਲਰ ਸਾਹਿਬ ਦੀ ਵੀ ਹਾਈ ਕਮਾਂਡ ਹੀ ਫੈਸਲਾ ਕਰੇਗੀ, ਇਹਨਾਂ ਨੇ ਕੁਝ ਨਹੀਂ ਕਰਨਾ ਤੇ ਜੋ ਇਹਨਾਂ ਦੀ ਹਾਈ ਕਮਾਂਡ ਕਰੇਗੀ ਉਹ ਸਾਡੇ ਸਾਹਮਣੇ ਸਮਾਂ ਪਾ ਕੇ ਆਏਗਾ। ਜੀ ਪੁਲਿਸ ਸਾਹਿਬ, ਸਿਵਲ ਕੋਡ ਦੇ ਮੁੱਦੇ ਤੇ ਜਿੱਦਾਂ ਸਮਾਂ ਬਚਿਆ ਆਪਣੇ ਕੋਲ ਉਸ ਲਿਹਾਜ਼ ਨਾਲ ਮੈਂ ਜਵਾਬ ਜ਼ਰੂਰ ਚਾਹਾਂਗਾ। ਮਰਿੰਦਰ ਜੀ ਦਾ ਕਹਿਣਾ ਕਿ ਘੱਟੋ ਘੱਟ ਅੱਜ ਦੀ ਮੀਟਿੰਗ ਦਾ ਰੱਦ ਤਾਂ ਕੀਤਾ ਜਾ ਸਕਦਾ, ਜੇ ਕਮੇਟੀ ਬਣਾਈ ਹੈ ਅਕਾਲੀ ਦਲ ਖਿਲਾਫ ਹੈ ਤਾਂ ਸਿਵਲ ਕੋਡ ਦੇ ਮਾਮਲੇ ਨੂੰ ਰੱਦ ਕਿਉਂ ਨਹੀਂ ਕੀਤਾ ਗਿਆ? ਗੱਲ ਇਸ ਤਰ੍ਹਾਂ ਹੈਗੀ ਹੈ ਸਿੱਧੂ ਸਾਹਿਬ, ਅਜੇ ਸਿਰਫ ਉਹਦੀ ਇੱਕ ਚਰਚਾ ਹੋਈ, ਇੱਕ ਨਾਂ ਰੱਖਿਆ ਗਿਆ ਕਿ ਆਹ ਚੀਜ਼ ਅਸੀਂ ਕਰਨਾ ਚਾਹੁੰਦੇ ਹਾਂ, ਉਹਦੇ ਬਾਰੇ ਵਿਚਾਰ ਮੰਗੇ ਗਏ ਨੇ, ਠੀਕ ਹੈ। ਅਜੇ ਨਾ ਖਰੜਾ ਤਿਆਰ ਹੋਇਆ, ਕੋਈ ਉਹਦੀ ਕੋਈ ਗੱਲ ਨਹੀਂ ਹੋਈ, ਕੋਈ ਕੁਝ ਨਹੀਂ ਹੋਇਆ, ਤਾਂ ਅਸੀਂ ਇੱਥੇ ਐਵੇਂ ਆਪਣੇ ਢੋਲ ਵਜਾਈ ਜਾਈਏ ਆਪਣੇ। ਠੀਕ ਹੈ, ਉਹਨਾਂ ਕੋਲ ਮੰਗਿਆ ਗਿਆ ਹੈ ਵੀ ਉੱਥੇ ਹੈ ਕੀ ਹੈ, ਵੀ ਦੱਸੋ ਤਾਂ ਸਹੀ ਸਾਨੂੰ। ਔਰ ਉਹ ਕਮੇਟੀ ਜਿਹੜੀ ਹੈ ਉਹਨਾਂ ਨੇ ਰਿਪੋਰਟ ਮੰਗੀ ਹੈ ਵੀ ਤੁਸੀਂ ਪੂਰੇ ਡਿਟੇਲ ਦਿਓ ਵੀ ਉੱਥੇ ਕਰਨਾ ਕੀ ਚਾਹੁੰਦੇ ਹੋ ਤੁਸੀਂ, ਔਰ ਉਹਦੇ ਕਿਹੜੀ ਓਬਜੈਕਸ਼ਨੇਬਲ ਚੀਜ਼ਾਂ ਹੋਣਗੀਆਂ ਅਸੀਂ ਉਹਨਾਂ ਨੂੰ ਓਬਜੈਕਟ ਕਰਾਂਗੇ ਜੀ। ਇਹ ਹੁਣ ਅਮਰਿੰਦਰ ਸਿੰਘ ਹੋਣਾ ਦਾ ਤਾਂ ਇੱਕੋ ਇੱਕ ਰਾਗ ਹੈ ਨਾ ਕਿ ਗੱਲ ਢੋਲ ਵਜਾਇਆ, ਜੋ ਮਰਜ਼ੀ ਹੋਈ ਜਾਵੇ ਇਹਨਾਂ ਨੂੰ ਢੋਲ ਵਜਾਈ ਜਾਣਾ ਹੈ। ਵਜਾਣਾ ਕਿਉਂ ਨਹੀਂ ਚਾਹੀਦਾ? ਮਾੜਾ ਕੰਮ ਕਰੇ ਇਹਨਾਂ ਨੇ ਮਾੜਾ ਹੀ ਦੱਸਣਾ। ਨਹੀਂ, ਵਜਾਣਾ ਕਿਉਂ ਨਹੀਂ ਚਾਹੀਦਾ ਢੋਲ? ਤੁਹਾਡਾ ਢੋਲ ਕਿਉਂ ਨਾ ਵਜਾਈਏ? ਲੇਕਿਨ ਗੱਲ ਇਹ ਹੈ ਤੁਹਾਡਾ ਢੋਲ ਅਸੀਂ ਕਿਉਂ ਨਾ ਵਜਾਈਏ, ਤੁਸੀਂ ਇਹ ਦੱਸੋ। ਸਾਡੇ ਕੋਲ ਐਗਜ਼ੈਕਟ ਸਾਰੀ ਚੀਜ਼ ਆਉਂਦੀ ਨਹੀਂ, ਅਸੀਂ ਉਹਨੂੰ ਸਟੱਡੀ ਨਹੀਂ ਕਰਦੇ, ਉਹਦੇ ਵਿੱਚ ਜਿਹੜੀਆਂ ਓਬਜੈਕਸ਼ਨੇਬਲ ਚੀਜ਼ਾਂ ਨੇ ਅਸੀਂ ਉਹਨਾਂ ਬਾਰੇ ਚੀਮਾ ਸਾਹਿਬ ਕਿਉਂ ਰੱਦ ਕਰ ਰਹੇ ਆ, ਫਿਰ ਅਖਬਾਰਾਂ 'ਚ ਕਿਉਂ ਰੱਦ ਕਰ ਰਹੇ ਆ ਉਹਨੂੰ? ਠੀਕ ਹੈ, ਅਸੀਂ ਉਸ ਦਾ ਵਿਰੋਧ ਕਰ ਰਹੇ ਹਾਂ ਕਿ ਨਹੀਂ ਹੋਣਾ ਚਾਹੀਦਾ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਲੇਕਿਨ ਜੋ ਤੁਸੀਂ ਬਣਾਉਣਾ ਚਾਹੋ ਤਾਂ ਸਾਨੂੰ ਦੱਸੋ ਸਹੀ ਕਰਨਾ ਕੀ ਚਾਹੁੰਦੇ, ਉਹਦੇ ਬਾਰੇ ਚੱਲ ਰਹੀ ਹੈ, ਕਮੇਟੀ ਬਣਾਤੀ ਹੈ, ਕਮੇਟੀ ਦੇਖੂਗੀ ਕੀ ਹੈ ਕੀ ਹੈ। ਅਗਰ ਉੱਥੇ ਓਬਜੈਕਸ਼ਨੇਬਲ ਹੋਣਗੇ ਚੀਜ਼ਾਂ ਉਹਦੇ ਬਿਲਕੁਲ ਓਬਜੈਕਟ ਕੀਤਾ ਜਾਊਗਾ, ਅਸੀਂ ਉਹਦਾ ਵਿਰੋਧ ਕਰਾਂਗੇ। ਜੀ ਤੁਹਾਡਾ ਮਤਲਬ ਅਜੇ ਵਿਰੋਧ ਨਹੀਂ ਕਰ ਰਹੇ, ਇਹ ਆਪ ਕਰ ਰਹੇ ਸੀ ਕਮੇਟੀ ਰਿਪੋਰਟ ਦੇਗੀ ਫਿਰ ਵਿਰੋਧ ਕਰਾਂਗੇ, ਅਜੇ ਨਹੀਂ ਕਰ ਰਹੇ ਵਿਰੋਧ। ਕੀ ਕਹਿਣਾ ਚਾਹੁੰਦੇ ਹੋ ਨਾ ਭੁੱਲਰ ਸਾਹਿਬ ਤੁਸੀਂ? ਅਸੀਂ ਤਾਂ ਵਿਰੋਧ ਕਰ ਰਹੇ ਹਾਂ, ਲੇਕਿਨ ਇਹ ਵੀ ਕਿਹਾ ਕਿ ਸਾਨੂੰ ਦੱਸੋ ਹੈ ਕੀ ਹੈ, ਕਮੇਟੀ ਅਸੀਂ ਦੇਖੂਗੀ ਕੀ ਹੈ ਕੀ ਹੈ। ਇਹਦਾ ਕਿ ਪਤਾ ਹੀ ਨਹੀਂ, ਤੁਹਾਨੂੰ ਪਤਾ ਦੱਸੋ ਕੀ ਹੈ। ਉਹ ਤਾਂ ਤੁਹਾਡੇ ਚੀਮਾ ਸਾਹਿਬ ਵਿਰੋਧ ਕਰ ਰਹੇ ਆ ਨਾ, ਤੁਹਾਡੇ ਪਾਰਟੀ ਦੇ ਜਿਹੜੇ ਮੇਨ ਸਪੋਕਸ ਪਰਸਨ ਹੈ ਉਹ ਅਖਬਾਰਾਂ 'ਚ ਕਰ ਰਹੇ ਆ ਵਿਰੋਧ। ਤੁਹਾਡੀ ਕੋਰ ਕਮੇਟੀ ਨੇ ਉਹ ਗੱਲ ਨੂੰ ਫਿਰ ਰੱਖ ਲਿਆ ਆਪਣੇ ਕੋਲ। ਸਾਰਾ ਤੇ ਤੁਹਾਨੂੰ ਦੱਸ ਦਿਓ, ਤੁਸੀਂ ਦੱਸ ਦਿਓ, ਤੁਸੀਂ ਕਹਿਣਾ ਪਾ ਦਿਓ, ਇੱਥੇ ਕੁਛ ਆਇਆ ਹੀ ਨਹੀਂ। ਇਹ ਤਾਂ ਤੁਸੀਂ ਚੀਮਾ ਸਾਹਿਬ ਨੂੰ ਪੁੱਛੋ ਵਿਰੋਧ ਕਿਉਂ ਕਰ ਰਹੇ ਆ, ਚੀਮਾ ਸਾਹਿਬ ਨੂੰ ਪੁੱਛੋ ਨਾ ਵਿਰੋਧ ਕਿਉਂ ਕਰ ਰਹੇ ਆ, ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨੂੰ ਵਿਰੋਧ ਕਿਉਂ ਕਰ ਰਿਹਾ ਸੀ ਤੇ ਹੁਣ ਪਿੱਛੇ ਕਿਉਂ ਹਟ ਗਿਆ, ਇਹ ਤਾਂ ਤੁਸੀਂ ਸਪਸ਼ਟ ਕਰੋ ਨਾ। ਪੁਲਿਸ ਸਾਹਿਬ ਤੁਹਾਡਾ ਵਿਊਪੁਆਇੰਟ ਵੀ ਆ ਗਿਆ। ਅਮਰਿੰਦਰ ਸਿੰਘ ਜੀ ਸਿੱਧਾ ਕਹਿ ਰਿਹਾ ਹੈ ਕਿ ਇਹ ਤੇ ਉਹਦਾ ਤੀਰ ਹੈ, ਉਹਦਾ ਤੀਰ ਫੜ ਲਓ, ਤੁਸੀਂ ਦੱਸ ਦਿਓ ਵੀ ਕੀ ਹੈਗਾ, ਸਾਨੂੰ ਦੱਸ ਦਿਓ, ਤੁਸੀਂ ਸਾਨੂੰ ਇਸ ਮੁੱਦੇ ਤੇ ਅਜੇ ਮੈਂ ਤਾਂ ਤੁਹਾਨੂੰ ਪੁੱਛ ਰਿਹਾ ਨਾ, ਤੁਸੀਂ ਪਿੱਛੇ ਕਿਉਂ ਹਟੇ ਹੋ? ਵਿਰੋਧ ਕਰਨਾ ਨਹੀਂ ਹੁੰਦਾ। ਭੁੱਲਰ ਸਾਹਿਬ ਤੁਹਾਨੂੰ ਪੁੱਛ ਰਿਹਾ ਤੁਹਾਡੀ ਪਾਰਟੀ ਪਿੱਛੇ ਕਿਉਂ ਹਟ ਗਈ ਹੈ ਯੂਸੀਸੀ ਤੇ, ਇਹ ਤਾਂ ਮੈਂ ਤੁਹਾਨੂੰ ਪੁੱਛ ਰਿਹਾ ਕਿ ਤੁਸੀਂ ਪਿੱਛੇ ਕਿਉਂ ਹਟ ਗਏ ਹੋ। ਤੁਸੀਂ ਕੱਲ ਤੱਕ ਉਹਦਾ ਵਿਰੋਧ ਕਰ ਰਹੇ ਸੀ, ਉਹਨੂੰ ਰੱਦ ਕਰ ਰਹੇ ਸੀ, ਅੱਜ ਤੁਸੀਂ ਕਹਿਤਾ ਕਿ ਸਾਡੀ ਕਮੇਟੀ ਬਣਾਤੀ ਹੈ। ਇਹਦੇ ਪਿੱਛੇ ਨਹੀਂ ਹਟੇ, ਇਹਨੇ ਕਮੇਟੀ ਇਸੇ ਤੇ ਬਣਾਈ ਹੈ ਤੇ ਉਹਦੇ ਵਾਸਤੇ ਦੇਖੇ ਜਾਵੇ ਕੀ ਆ ਗਿਆ ਤੁਹਾਡਾ ਵਿਊਪੁਆਇੰਟ ਆ ਗਿਆ। ਆਪਾਂ ਕਾਂਗਰਸ ਦੇ ਬੁਲਾਰੇ ਨੂੰ ਵੇਟ ਕਰ ਰਹੇ ਹਾਂ ਸੁਖਵੀਰ ਜੀ। ਪ੍ਰੋਪਰ ਸਾਰਾ ਥੈਂਕ ਯੂ ਵੈਰੀ ਮਚ। ਕੀ ਹੈ ਕੀ ਉਹਦੇ ਵਿੱਚ ਓਕੇ ਠੀਕ ਹੈ, ਤੇਰੀ ਜਿਹੜੇ ਢੋਲ ਦਿੱਤੀ ਜਾਈਏ। ਥੈਂਕ ਯੂ ਵੈਰੀ ਮਚ, ਤੁਹਾਡਾ ਵਿਊਪੁਆਇੰਟ ਆ ਗਿਆ ਭੁੱਲਰ ਸਾਹਿਬ, ਥੈਂਕ ਯੂ ਵੈਰੀ ਮਚ। ਸੁਖਵੀਰ ਜੀ ਲਾਸਟ ਕਮੈਂਟ ਇਸ ਬਹਿਸ ਨੂੰ ਸਮੇਟਣ ਤੋਂ ਪਹਿਲਾਂ, ਕਿਉਂਕਿ ਸਿਵਲ ਕੋਡ ਦਾ ਅਹਿਮ ਮਾਮਲਾ, ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਕਮੇਟੀ ਬਣੇਗੀ, ਆਪਣੀ ਰਿਪੋਰਟ ਸੌਂਪੀ ਜਾਏਗੀ, ਤੁਸੀਂ ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ? ਦੇਖੋ ਸਿੱਧੂ ਸਾਹਿਬ, ਜਿਹੜਾ ਯੂਨੀਅਨ ਸਿਵਲ ਕੋਡ ਦਾ ਮਸਲਾ ਹੈ, ਇਹ ਸ਼੍ਰੋਮਣੀ ਅਕਾਲੀ ਪੰਜਾਬ ਔਰ ਪੰਜਾਬੀਅਤ ਦੇ ਹੱਕਾਂ ਦੀ ਗੱਲ ਨਹੀਂ ਕਰੇਗਾ ਤਾਂ ਉਹ ਨੂੰ ਦਰਕਿਨਾਰ ਕਰਕੇ ਜੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤੇ ਵੱਲ ਵਧੇਗਾ ਜਾਂ ਇਹ ਉਹਦੇ ਨਾਲ ਸਮਝੌਤੇ ਦੀ ਗੱਲ ਵੀ ਕਰੇਗਾ, ਮੈਨੂੰ ਇਦਾਂ ਲੱਗਦਾ ਕਿ ਬਦਨਾਮੀ ਦਾ ਦਾਗ ਨਹੀਂ ਧੋਤਾ ਜਾਣਾ। ਦੂਜੀ ਗੱਲ, ਇਹ ਸਮਝੌਤਾ ਇਖਲਾਕ ਔਰ ਸਿਧਾਂਤ ਦੇ ਖਿਲਾਫ ਹੋਏਗਾ। ਮੈਂ ਜਿੱਥੇ ਤੱਕ ਮੈਨੂੰ ਉਮੀਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਪਹਿਲੀਆਂ ਗਲਤੀਆਂ ਕੀਤੀਆਂ ਦੁਬਾਰਾ ਇਹੋ ਜਿਹੀ ਬਦਨਾਮੀ ਨਹੀਂ ਖੱਟੇਗਾ। ਅਗਰ ਜੇ ਕਿਸੇ ਵਜ੍ਹਾ ਕਰਕੇ
ਦੁਬਾਰਾ ਇਹ ਲਾਲਾ ਜੀ ਹੋਰਾਂ ਤੇ ਵਿਸ਼ਵਾਸ ਕਰਨਗੇ ਤੇ ਮੈਨੂੰ ਲੱਗਦਾ ਕਿ ਬਹੁਤ ਵੱਡਾ ਜਿਹੜਾ ਘਾਟਾ ਉਠਾਇਆ ਜਾਏਗਾ Okay. ਔਰ ਜਿਹੜਾ ਪੰਜਾਬ ਦੇ ਖਿਲਾਫ ਹੋਏਗਾ, ਪੰਜਾਬੀਅਤ ਦੇ ਖਿਲਾਫ ਹੋਏਗਾ ਔਰ ਇਹ ਬਦਨਾਮੀ ਦਾ ਦਾਗ ਜਿਹੜਾ ਧੋਇਆ ਨਹੀਂ ਜਾਣਾ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਪੁਲਿਸ ਸਾਹਿਬ, 2 ਲਾਈਨਾਂ ਜੇ ਮੇਰੀ ਆਵਾਜ਼ ਸੁਣ ਪਾ ਰਹੇ ਹੋ, 2 ਲਾਈਨਾਂ ਦਾ ਕਮੈਂਟ ਕਿ ਤੁਸੀਂ ਜੇ ਸਮਝੌਤਾ ਕਰੋਗੇ ਤਾਂ ਦਾਗ ਨਹੀਂ ਧੋਤਾ ਜਾਏਗਾ। ਮੈਂ ਤੇ ਸਿੱਧੂ ਸਾਹਿਬ ਇੱਕੋ ਗੱਲ ਕਹੂੰਗਾ ਕਿ ਭਾਵੇਂ ਭਾਰਤੀ ਜਨਤਾ ਪਾਰਟੀ ਹੈ, ਭਾਵੇਂ ਕਾਂਗਰਸ ਹੈ, ਇਹ ਆਪਣੇ ਆਪਣੇ ਘਰਾਂ ਦਾ ਖਿਆਲ ਕਰਨ। ਇਹ ਨਾ ਆਪਣੇ ਘਰ ਉਜਾੜਦਾ ਹੈ ਨਾ ਸਾਡਾ ਫਿਕਰ ਕਰਦੇ ਕਰ। ਓਕੇ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਮਿਹਰਬਾਨੀ। ਸਾਰੇ ਮਹਿਮਾਨਾਂ ਦਾ ਧੰਨਵਾਦ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬੇਸ਼ੱਕ ਉਹਨਾਂ ਮਾਮਲਿਆਂ 'ਚ ਪਾਰਟੀ ਨਾਲ ਜਥੇਬੰਦ ਹੈ, ਲੋਕਾਂ ਦੇ ਮੁੱਦੇ ਵਿਚਾਰੇ ਗਏ ਹੈ, ਇਹਦੇ ਬਾਵਜੂਦ ਜਿਹੜਾ ਹੈਗਾ ਇਹ ਸਵਾਲ ਉੱਭਰ ਕੇ ਸਾਹਮਣੇ ਆ ਹੀ ਰਿਹਾ ਹੈ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਏਗਾ। ਦੱਬੀ ਸੁਰ ਦੇ ਨਾਲ ਕੁਝ ਆਗੂਆਂ ਨੇ ਹਮਾਇਤ ਵੀ ਕੀਤੀ ਹੈ, ਪਰ ਆਉਣ ਵਾਲੇ ਦਿਨਾਂ 'ਚ ਰਹੇਗਾ ਇੰਤਜ਼ਾਰ ਕਿ ਇਹ ਵਰਤਾਰਾ ਕਿਸ ਢੰਗ ਨਾਲ ਨੇਪਰੇ ਚੜ੍ਹੇਗਾ। ਇਹਨਾਂ ਮੁੱਦਿਆਂ 'ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਾਂ ਆਪਣੇ ਮਹਿਮਾਨਾਂ ਦੇ ਧੰਨਵਾਦੀ ਤੇ ਨਾਲ ਹੀ ਆਪਾਂ ਤੁਹਾਡੇ ਵੱਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।